ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਇਹ ਸਾਰੇ ਜਾਣਦੇ ਹਾਂ ਕਿ ਅਕਸਰ ਇਹ ਸੁਣਿਆ ਜਾਂਦਾ ਹੈ ਕਿ ਫਲਾਂ ਖਬਰ ਜਾਂ ਫਲਾਂ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਜੇ ਜੰਗਲ ਨੂੰ ਅੱਗ ਹੀ ਲੱਗ ਜਾਵੇ ਤਾਂ ਉਸ ਅੱਗ ਨੂੰ ਕੌਣ ਬੁਝਾਏਗਾ। ਠੀਕ ਇਸੇ ਤਰ੍ਹਾਂ ਦੇ ਮੁੱਦੇ ਤੇ ਅੱਜ ਆਪਾਂ ਡਿਬੇਟ ਨੂੰ ਕੇਂਦਰ ਬਿੰਦੂ ਬਣਾ ਰਹੇ ਹਾਂ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਸ ਦੇ ਨਾਲ 2 SD ਜੰਗਲ ਨੂੰ ਖਾਣ ਦੇ ਮੁੱਦੇ ਤੇ ਹੀ ਵਿਜੀਲੈਂਸ ਦਾ ਕਰ ਰਿਹਾ ਸਾਹਮਣਾ। ਵਿਜੀਲੈਂਸ ਦੀ ਹਿਰਾਸਤ 'ਚ ਹੈ। ਇਸੇ ਤਰੀਕੇ ਨਾਲ ਇੱਕ ਹੋਰ ਕੈਬਨਿਟ ਮੰਤਰੀ 5 ਮਹੀਨਿਆਂ ਦੇ ਲਈ ਰਹੇ ਹੈ ਸੰਗ ਸਿੰਘ ਗਿਲਜੀਆਂ, ਉਹਨਾਂ ਦੇ ਖਿਲਾਫ ਵੀ FIR ਦਰਜ ਹੋਈ ਹੈ। ਅਕਸਰ ਇਹ ਸੁਣਿਆ ਜਾਂਦਾ ਹੈ ਕਿ ਇਸ ਸਥਿਤੀ ਦੇ ਵਿੱਚ ਜੰਗਲ ਦਾ ਰਾਜ ਹੈ, ਪਰ ਜੇ ਕੋਈ ਜੰਗਲ ਹੀ ਖਾ ਜਾਵੇ ਤਾਂ ਕਿਸ ਦਾ ਰਾਜ ਮੰਨਾਂਗੇ। ਪੰਜਾਬੀਆਂ ਨੇ ਇਹ ਵੀ ਸੁਣਿਆ ਹੈ ਕਿ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜਿਸ ਦੇ ਮੰਤਰੀ ਦੇ ਉੱਤੇ ਦੋਸ਼ ਲੱਗੇ ਕਿ ਪਸ਼ੂਆਂ ਦਾ ਚਾਰਾ ਖਾ ਗਿਆ। ਜੇ ਸਾਡੇ ਸਾਬਕਾ ਮੰਤਰੀ ਤੇ ਦੋਸ਼ ਲੱਗਣ ਕਿ ਕੀਮਤੀ ਲੱਕੜ ਦਾ ਜੰਗਲ ਹੀ ਖਾ ਗਿਆ, ਤੇ ਇਸ ਤੋਂ ਅਗਲੀ ਗੱਲ ਕਿ ਡਾਕਟਰ ਨੇ ਜਿਹੜੀ ਕਲੀਨ ਚਿੱਟ ਦਿੱਤੀ ਹੈ ਉਹਦੇ 'ਚ ਕਹਿਤਾ ਕਿ ਮੰਤਰੀ ਦਾ ਪੇਟ ਸਾਫ਼ ਹੈ। ਪਹਿਲੀ ਵਾਰ ਸੁਣਿਆ। ਪੰਜਾਬੀ ਆਖਦੇ ਕਿ ਇਸ ਵਾਰ ਗਰਮੀ ਬਹੁਤ ਹੈ, ਜੇ ਜੰਗਲ ਹੀ ਖਾ ਜਾਓਗੇ ਤਾਂ ਆਸਮਾਨ ਤੋਂ ਅੱਗ ਹੀ ਵਰੇਗੀ। ਮੈਂ ਕਈ ਵਾਰ ਇਹ ਗੱਲ ਸੋਚਦਾ ਹਾਂ, ਅਕਸਰ ਇਹ ਮੁਹਾਵਰਾ ਕਿਸ ਨੇ ਬਣਾਇਆ ਕਿ ਵਾੜ ਹੀ ਖੇਤ ਨੂੰ ਖਾ ਗਈ ਹੈ। ਖੈਰ, ਇਸ ਮੁੱਦੇ ਤੇ ਕਾਂਗਰਸ ਦਾ ਕਹਿਣਾ ਹੈ ਕਿ ਸਿਆਸਤ ਕੀਤੀ ਜਾ ਰਹੀ ਹੈ, ਬਦਲੇ ਦੀ ਭਾਵਨਾ ਨਾਲ ਮੰਤਰੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਨਜ਼ਰੀਆ ਆਪਣਾ ਆਪਣਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਸਾਡੇ ਖਾਸ ਮਹਿਮਾਨ जुड़े है। रमन चांदी जी ने आम आदमी पार्टी के बुलारे ने, कमलजीत सोई जी ने भाजपा के बुलारे, सरजीत सिंह भुल्लर श्रोमणी अकाली दल के बुलारे, कांग्रेस वालों साडे नाल सरजीत सिंह स्वैज जी जुड़ रहे हैं। सारे मेहमानों मैं पैनल ते आउण लई तुहाडे वल्लों जी आखदा, वैलकम करदा। चांदी जी, पहला सवाल मैं तुहाडे तो लैण लग्या है, क्योंकि मामला सरकार ने जिस तरीके नाल हत्थ पाया किहा कि साबका कैबिनेट मंत्री ਜਿਹੜੇ जंगलात महकमा जिन्हां दे कोले 500 रुपए एक दरख्त की कटाई ਨੂੰ ਲੈ ਕੇ ਤੇ ਇਦਾਂ ਹੀ ਲਵਾਈ ਨੂੰ ਲੈ ਕੇ ਲੈਂਦੇ ਸੀ। ਦੂਜੇ ਪਾਸੇ ਕਾਂਗਰਸ ਜਾਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਆਪ ਕਿਹੜਾ ਦੋਧੀ ਤੋਤੀ ਹੈ, ਬਦਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪ ਵੱਲੋਂ। ਜਦ ਤੱਕ ਚਾਂਦੀ ਜੀ ਸਾਡੇ ਨਾਲ ਸੰਪਰਕ 'ਚ ਆਉਂਦੇ ਆ ਤਦ ਤੱਕ ਮੈਂ ਭੁੱਲਰ ਸਾਹਿਬ ਨੂੰ ਕਹਾਂਗਾ, ਭੁੱਲਰ ਸਾਹਿਬ, ਇਸੇ ਮੁੱਦੇ ਤੇ ਜੋ ਕਾਰਵਾਈ ਹੋਈ ਹੈ ਸਾਬਕਾ ਕੈਬਨਿਟ ਮੰਤਰੀ ਦੇ ਖਿਲਾਫ, ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਕਿ ਆਪ ਕਿਹੜਾ ਦੋ ਤੋਤੀ ਹੈ, ਕਿਵੇਂ ਦੇਖਦੇ ਹੋ कि वाकई इस मुद्दे ते सच्चाई है या बदले की भावना देखते हो? ये सिद्धू साहब, गल इस तरह हैगी है कि जिस तरीके नाल 3 महीनों के विच ये सरकार की पोल खुल गई है, चाहे वो भगवंत मान ने, चाहे केजरीवाल ने, चाहे चड्ढा ने, जिस तरीके नाल 3 महीनों के विच ये सरकार का जिहड़ा चिट्ठा है लोगों के सामने आ गया है और फेलियर होया सरकार का, और सिर्फ उस चीज़ को कवर अप करने वास्ते कुछ ना कुछ ये कार्रवाइयाँ करके दिखाने की कोशिश कर रहे हैं, अखीं घट्टा पाने की कोशिश कर रहे हैं। चाहे वो धर्मसोत नूं फड़न की गल होवे, चाहे वो इन्हां दे अपने मंत्री नूं जिहड़ा हैल्थ मिनिस्टर सी उहनूं अंदर करन दी गल होवे, अजे तक भगवंत मान साहब ने वो प्रूफ नहीं दिते भी वो किस वजह करके इन्हां दा अपना मंत्री अंदर किया गया सीगा, किहड़े प्रूफ उन्हां दे हत्थ च लगे सीगे जिन्हां करके वो अंदर होया सीगा, वो नशर नहीं कीते किते भी। अदरवाइज तो शिक भी मार लैण ते वो इश्तिहार बन जांदा इन्हां दा, अखबारां दे विच भी, मीडिया दे विच भी, इलैक्ट्रॉनिक मीडिया दे विच भी इश्तिहार छप जांदा है कि भगवंत मान ने शिक मारी सी, अज केजरीवाल ने शिक मारी सी, वो इश्तिहार छपदे है। लेकिन वो मंत्री किस वजह करके अंदर होया सीगा अज तक नहीं पता किसी को, कोई इन्होंने प्रूफ नहीं दिता। अज धर्मसोत उन्होंने जो होया, क्योंकि मूसेवाले तो बाद ਉਹਦੇ ਮਰਡਰ ਤੋਂ ਬਾਅਦ ਜਿਸ ਤਰੀਕੇ ਨਾਲ ਬੈਕਫੁੱਟ ਤੇ ਸੀਗੇ, ਜਿਸ ਤਰੀਕੇ ਨਾਲ ਲੋਕਾਂ ਦੀ ਨਫ਼ਰਤ ਦਾ ਕਾਰਨ ਬਣ ਗਏ ਸੀਗੇ, ਭਗਵੰਤ ਮਾਨ ਨੂੰ ਜਿਸ ਤਰੀਕੇ ਨਾਲ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਇਹਨਾਂ ਨੇ ਇੱਕ ਮੈਨੂੰ ਤਾਂ ਲੱਗਦਾ ਅਰੈਸਟ ਕੀਤਾ ਗਿਆ ਔਰ ਆਉਣ ਵਾਲਾ ਸਮਾਂ ਦੱਸੇਗਾ। ਔਰ ਜਦੋਂ ਇਹਨਾਂ ਦੇ ਉੱਤੇ ਆਪਣੇ ਤੇ ਗੱਲ ਆਉਂਦੀ ਹੈ, ਜਦੋਂ ਦਿੱਲੀ ਦੇ ਹੈਲਥ ਮਿਨਿਸਟਰ ਨੂੰ ਫੜਿਆ ਜਾਂਦਾ ਹੈ ਤੇ ਉਦੋਂ ਕੇਜਰੀਵਾਲ ਸਾਹਿਬ ਆ ਕੇ ਟੀਵੀ ਦੇ ਉੱਤੇ ਮੀਡੀਆ ਦੇ ਵਿੱਚ ਉਹ ਗਰੰਟੀ ਦਿੰਦੇ ਨੇ ਕਿ ਦੇਖੋ ਜੀ ਮੇਰਾ ਤੇ ਬੰਦਾ ਬਿਲਕੁਲ ਪਾਕ ਸਾਫ ਹੈ। Who the hell he is? ਉਹ ਕੌਣ ਹੁੰਦੇ ਗਰੰਟੀਆਂ ਦੇਣ ਵਾਲੇ ਔਰ ਸਾਫ ਸੁਥਰਾ ਦੱਸਣ ਵਾਲੇ? ਜਦੋਂ ਕਿਸੇ ਨੇ ਅਰੈਸਟ ਕੀਤਾ ਹੈ ਉਹਨਾਂ ਦੇ ਕੋਲ ਜ਼ਰੂਰ ਕੋਈ ਪ੍ਰੂਫ ਹੋਏ ਹੋਣਗੇ ਤਾਂ ਹੀ ਅਰੈਸਟ ਕੀਤਾ ਹੋਵੇਗਾ, ਤੇ ਲੈਟ ਦ ਕੋਰਟ ਡਿਸਾਈਡ। ओके पुलिस साहब, आप जवाब ले लिए। तफ्तीश करन दो।
ਤੁਹਾਨੂੰ ਆ ਕੇ ਟੀਵੀ ਦੇ ਉੱਤੇ ਨਸ਼ਰ ਹੋ ਕੇ ਇਹ ਗਰੰਟੀਆਂ ਦੇਣ ਦੀ ਕਿਸ ਤਰ੍ਹਾਂ ਤੁਹਾਡੇ ਕੋਲ ਆ ਗਿਆ ਵੀ ਹਾਂਜੀ ਉਹ ਬਿਲਕੁਲ ਪਾਕ ਸਾਫ਼ ਨੇ, ਔਰ ਦੂਸਰੇ ਲੋਕ ਜਿਹੜੇ ਪਾਕ ਸਾਫ਼ ਨਹੀਂ ਹੈਗੇ? ਕੋਈ ਉੱਥੇ ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ ਤੇ ਕੋਲ ਕੇਜਰੀਵਾਲ ਦੇ ਕੋਲ ਕਿ ਤੇਰੇ ਬੰਦੇ ਸਾਫ਼ ਨੇ? ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ ਚਾਂਦੀ ਤੋਂ, ਰਮਨ ਚਾਂਦੀ ਜੀ ਤੋਂ ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਚਾਂਦੀ ਸਾਹਿਬ, ਇਸੇ ਮੁੱਦੇ ਤੇ ਜਿਸ ਤਰੀਕੇ ਨਾਲ ਧਰਮਸੋਤ ਦੇ ਖਿਲਾਫ ਅੱਜ ਕਾਰਵਾਈ ਹੋ ਰਹੀ ਹੈ, ਇੱਕ ਪਾਸੇ ਦਾ ਕਿਹਾ ਗਿਆ ਕਿ 500 ਰੁਪਇਆ ਇੱਕ ਦਰਖਤ ਪਿੱਛੇ ਲਿਆ ਗਿਆ ਤੇ ਇਦਾਂ ਹੀ ਲੋਨ ਪਿੱਛੇ ਵੀ ਰੁਪਇਆ 500 ਲਿਆ ਜਾਂਦਾ ਸੀ, ਬਹੁਤ ਵੱਡਾ ਸਕੈਂਡਲ ਜਾਂ ਘਟਾਲਾ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਪਿਛਲੇ ਦਿਨ ਜਿਹੜਾ ਆਪਣਾ ਵੀ ਇੱਕ ਮੰਤਰੀ ਫੜਿਆ ਗਿਆ, ਕੋਈ ਸੱਚਾਈ ਸਾਹਮਣੇ ਨਹੀਂ ਆਈ ਕਿ ਕੀ ਵਜ੍ਹਾ, ਕੀ ਠੋਸ ਹਕੀਕਤਾਂ ਹੈਗੀਆਂ, ਸਿਰਫ ਇਸ ਕਰਕੇ ਕਿਉਂਕਿ ਸਰਕਾਰ ਦਾ ਅਕਸ ਜਿਹੜਾ ਖਰਾਬ ਹੋ ਰਿਹਾ ਹੈ ਤਾਂ ਧਰਮਸੋਤ ਦੇ ਖਿਲਾਫ ਫੌਰੀ ਤੌਰ ਤੇ ਕਾਰਵਾਈ ਕੀਤੀ ਗਈ ਹੈ। ਜੀ ਚਾਂਦੀ ਜੀ। ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਸਾਡੇ ਇਨਸਾਨ ਦਾ ਵਾਤਾਵਰਨ ਹੈ ਜਿਹੜਾ, ਜੇ ਉਹੀ ਸਹੀ ਤਰੀਕੇ ਨਾਲ ਨਹੀਂ ਹੋਏਗਾ, ਸਾਫ਼ ਸੁਥਰਾ ਨਹੀਂ ਹੋਏਗਾ, ਕਿਉਂਕਿ ਇਹ ਵੀ ਇੱਕ ਇਨਸਾਨ ਦਾ ਅੰਗ ਹੈ, ਇਸ ਦੇ ਬਿਨਾਂ ਜੀਵਨ ਬਿਲਕੁਲ ਅਧੂਰਾ ਹੈ। ਸਰਕਾਰਾਂ ਰੌਲਾ ਬਹੁਤ ਪਾਉਂਦੀਆਂ ਰਹੀਆਂ ਨੇ ਪਿਛਲੀਆਂ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਕਰਨ ਲੱਗੇ ਹੋਏ ਹਾਂ, ਅਸੀਂ ਜੋ ਕੁਝ ਗਲਤੀਆਂ ਕੀਤੀਆਂ ਉਹਨਾਂ ਨੂੰ ਸੁਧਾਰਨ ਲੱਗੇ ਹੋਏ ਹਾਂ, ਪਰ ਜਿਹੜੀਆਂ ਗਲਤੀਆਂ ਅੱਜ ਸਾਡੀ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜੀਆਂ ਨੇ, ਉਹ ਜਨਤਾ ਦੇ ਸਾਹਮਣੇ ਨੇ। ਜੋ ਕੁਝ ਪਿਛਲੇ ਸਾਬਕਾ ਮਿਨਿਸਟਰ ਧਰਮਸੋਤ ਜੀ ਨੇ ਕੀਤਾ, ਕਿਉਂਕਿ ਇਹਦਾ ਖੁਲਾਸਾ ਉਹਨਾਂ ਦੇ ਉਸ ਸਮੇਂ ਦੇ ਡੀਐਫਓ ਤੇ ਉਸ ਸਮੇਂ ਦੇ ਠੇਕੇਦਾਰ, ਮੈਂ ਕਿਹਾ ਡੀਐਫਓ ਉਹਨਾਂ ਦਾ ਨਾਮ ਹੈ ਗੁਰਮਨਪ੍ਰੀਤ ਸਿੰਘ ਤੇ ਠੇਕੇਦਾਰ ਹਾਮੀ ਜੀ, ਇਹ ਉਹਨਾਂ ਨੇ ਪ੍ਰੂਫ ਦਿੱਤੇ ਨੇ, ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਅੱਗੇ ਚੇਨ ਚੱਲੀ ਆ। ਆਮ ਆਦਮੀ ਪਾਰਟੀ ਨੇ ਆਪਣੇ ਕੋਲੋਂ ਕੁਝ ਨਹੀਂ ਕੀਤਾ। ਜਿਸ ਤਰ੍ਹਾਂ ਵਿਰੋਧੀ ਰੌਲਾ ਪਾਉਂਦੇ ਨੇ ਕਿ ਇਹ ਵੈਂਡਾਟੇ ਦੀ ਪੋਲਿਟਿਕਸ ਹੈ, ਇਹਨਾਂ ਦੇ ਜ਼ਿਆਦਾਤਰ ਲੀਡਰ ਤਾਂ ਇਹੀ ਕਹਿੰਦੇ ਨੇ ਕਿ ਜੇਕਰ ਕਰਪਸ਼ਨ ਹੋਈ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਹ ਆਉਣ ਵਾਲੇ ਇਹਦਾ ਜਿਹੜਾ ਰਿਜ਼ਲਟ ਹੈ ਉਹ ਸਾਡੀ ਜੁਡੀਸ਼ੀਅਲੀ ਨੇ ਦੇਣਾ। ਅਸੀਂ ਤਾਂ ਕੇਸ ਰੱਖ ਸਕਦੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਆਹ ਕੁਝ ਕੀਤਾ, ਪਰ ਬਹੁਤ ਮਾੜੀ ਗੱਲ ਹੈ, ਕਿਉਂਕਿ ਪਹਿਲਾਂ ਵੀ ਉਹਨਾਂ ਤੇ ਉਸ ਸਮੇਂ ਸਰਕਾਰ ਵੇਲੇ ਬਲੇਮ ਲੱਗਦੇ ਰਹੇ ਨੇ, ਚਾਹੇ ਉਹ ਐਸਸੀ ਸਕਾਲਰਸ਼ਿਪ ਦਾ ਘੁਟਾਲਾ ਹੋਵੇ। ਤਾਂ ਕੀ ਮੈਂ ਇਹਨੂੰ ਇਹ ਮੰਨਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ 10-12 ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਮੇਰੇ ਕੋਲ ਸਬੂਤ ਨੇ, ਜੇਕਰ ਮਾਨ ਸਾਹਿਬ ਚਾਹੁਣ ਤਾਂ ਲੈ ਲੈਣ, ਤਾਂ ਜੋ ਕੁਝ ਅੱਜ ਜਿਵੇਂ ਪਰਸੋਂ ਇਹਨਾਂ ਦੇ ਸਾਬਕਾ ਵਜ਼ੀਰ ਭਾਜਪਾ ਜੁਆਇਨ ਕਰਦੇ ਨੇ, ਤਾਂ ਬੀਜੇਪੀ ਸਿਰਫ ਇਹੀ ਕੁਝ ਕਹਿੰਦੀ ਹੈ ਕਿ ਸਾਡੀ ਛਤਰੀ ਦੇ ਥੱਲੇ ਆ ਜਾਓਗੇ ਤਾਂ ਬਚਾਅ ਹੋ ਜਾਏਗਾ, ਔਰ ਨਿਕਲ ਕੇ ਵੀ ਇਹੀ ਗੱਲ ਹੋਣੀ ਹੈ ਜਿੰਨੇ ਵੀ ਵਜ਼ੀਰ ਜਾ ਰਹੇ ਨੇ ਸਭ ਦੀ ਕਰਪਸ਼ਨ ਕੀਤੀ ਹੋਈ ਆ, ਕਰਪਟ ਨੇ, ਔਰ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਨਿੱਤਰ ਕੇ ਆ ਜਾਣਾ। ਇਹ ਜਿਹੜਾ ਕੁਝ ਕਾਰਵਾਈ ਕੀਤੀ ਗਈ ਹੈ ਬਿਨਾਂ ਭੇਦਭਾਵ ਤੋਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਗਈ ਹੈ। ਜਿਹੜੀ ਗੱਲ ਹਰਜੀਤ ਭੁੱਲਰ ਜੀ ਕਹਿੰਦੇ ਨੇ ਕਿ ਇਹ ਆਪਣੇ ਦਿੱਲੀ ਦੇ ਮੰਤਰੀ, ਮੈਂ ਇਹ ਵਕੀਲ ਸਾਹਿਬ ਵੀ ਨੇ, ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਇੱਕ 8 ਸਾਲ ਤੋਂ ਪੈਂਡਿੰਗ ਮਸਲਾ ਨੰਬਰ 1 ਕੀ ਦੇਸ਼ ਦੀਆਂ ਨੰਬਰ 1 ਸੀਬੀਆਈ ਔਰ ਈਡੀ ਏਜੰਸੀਆਂ ਨੇ, ਕੀ ਉਹਨਾਂ ਨੂੰ 8 ਸਾਲ ਦੇ ਵਿੱਚ ਸਾਡੇ ਮੰਤਰੀ ਸਾਹਿਬ ਕੋਲੋਂ ਕੁਝ ਲੱਭਿਆ ਨਹੀਂ? ਔਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਈਡੀ ਬਿਆਨ ਦਿੰਦੀ ਹੈ ਜਾ ਕੇ ਕਿ FIR ਦੇ ਵਿੱਚ ਸਤਿੰਦਰ ਜੈਨ ਜੀ ਦਾ ਨਾਮ ਨਹੀਂ ਹੈਗਾ, ਨਾ ਹੀ ਸਾਨੂੰ ਇਹਨਾਂ ਕੋਲੋਂ ਕੁਝ ਮਿਲਿਆ। ਚੰਦ ਸਾਹਿਬ ਸੌਰੀ ਵਿੱਚੋਂ ਟੁਕਣ ਲੱਗਿਆ, ਇਹ ਕਹਿੰਦੇ ਹੈ ਕਿ ਜੇ ਤਾਂ ਆਪਣਾ ਮਿਨਿਸਟਰ ਜਿਹੜਾ ਹੈਗਾ ਈਡੀ ਵਾਲੇ ਨੇ ਫੜਿਆ, ਛਾਪਾ ਮਾਰ ਕੇ ਕੇਸ ਬਣਿਆ, ਤਾਂ ਉੱਥੇ ਆਪਾਂ ਕਹਿੰਦੇ ਹਾਂ ਕਿ ਬਦਲੇ ਦੀ ਕਾਰਵਾਈ ਹੋਈ ਹੈ, ਇਸ ਨੂੰ ਤਾਂ ਪੁਰਸਕਾਰ ਮਿਲਣਾ ਚਾਹੀਦਾ ਦੇਸ਼ ਭਗਤੀ ਦਾ। ਉਹ ਕਹਿੰਦੇ ਦੂਜੇ ਮੰਤਰੀ ਫੜੇ ਜਾਂਦੇ ਆ ਤਾਂ ਆਪਾਂ ਕਹਿੰਦੇ ਹਾਂ ਕਿ ਕਰਪਟ ਹੈ, ਕਾਰਵਾਈ ਹੋਈ ਹੈ। ਦੇਖੋ ਸਾਡੇ ਨੈਸ਼ਨਲ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੀਸੀ ਦੇ ਵਿੱਚ ਆ ਕੇ ਇਸ ਕਰਕੇ ਕਿਹਾ ਸੀ ਕਿਉਂਕਿ ਈਡੀ ਨੇ ਬਿਆਨ ਦਿੱਤਾ ਕਿ ਸਾਨੂੰ ਸਤਿੰਦਰ ਜੈਨ ਜੀ ਦੇ ਖਿਲਾਫ ਕੁਝ ਨਹੀਂ ਮਿਲਿਆ। ਉਹਨਾਂ ਨੇ 2 ਵਾਰ ਉਹਨਾਂ ਦੇ ਘਰੇ ਰੇਡ ਵੀ ਕੀਤੀ ਹੈ ਤਾਂ ਵੀ ਕੁਝ ਨਹੀਂ ਮਿਲਿਆ। ਜੇਕਰ ਕੁਝ ਮਿਲਿਆ ਹੁੰਦਾ, ਜਿਵੇਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਮਾਨ ਸਾਹਿਬ ਨੇ ਕਿਹਾ ਕਿ ਆਹ ਬਿਆਨਾਂ ਦੇ ਆਧਾਰ ਤੇ, ਆਹ ਸਬੂਤਾਂ ਦੇ ਆਧਾਰ ਤੇ ਇਹਨਾਂ ਤੇ ਪਰਚਾ ਹੋਇਆ, ਤਾਂ ਕੀ ਭਾਜਪਾ ਦੀ ਦਿੱਲੀ ਸਰਕਾਰ ਨੇ ਜਾਂ ਈਡੀ ਨੇ ਜਾਂ ਸੀਬੀਆਈ ਨੇ ਕੋਈ ਪੀਸੀ ਕਰਕੇ ਉਹਨਾਂ ਦੇ ਖਿਲਾਫ ਅੱਜ ਤੱਕ ਕੁਝ ਕਿਹਾ ਕਿ ਇਹਨਾਂ ਦੇ ਖਿਲਾਫ ਸਾਨੂੰ ਸਤਿੰਦਰ ਜੈਨ ਜੀ ਦੇ ਖਿਲਾਫ ਆ ਕੁਝ ਮਿਲਿਆ? ਇਹ ਸਾਰਾ ਕੁਝ
ਉਹ ਇਹ ਸਾਰਾ ਕੁਝ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਵੈਂਡਾਟੇ ਦੀ ਪੋਲਿਟਿਕਸ ਆ, ਕਿਉਂਕਿ ਜਿਹੜੀਆਂ ਚੋਣਾਂ ਨੇ ਸੰਗਰੂਰ ਦੀਆਂ ਉਹ ਨਜ਼ਦੀਕ ਹੋਣ ਕਰਕੇ ਆਮ ਆਦਮੀ ਪਾਰਟੀ ਆਪਣਾ ਕੰਮ ਕਰੇਗੀ ਔਰ ਕੰਮ ਕਰਦੀ ਰਹੇਗੀ। ਇਹਦੇ ਚ ਚੋਣਾਂ ਦਾ ਕੋਈ ਲੈਣਾ ਦੇਣਾ ਨਹੀਂ। ਜੇ ਚੋਣਾਂ ਨਾ ਵੀ ਹੁੰਦੀਆਂ ਤਾਂ ਵੀ ਇਹੀ ਕਾਰਵਾਈ ਹੋਣੀ ਸੀ। ਥੈਂਕ ਯੂ ਵੈਰੀ ਮਚ। ਆਪਣੇ ਨਾਲ ਸੋਈ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਸੋਈ ਸਾਹਿਬ, ਇਸੇ ਮੁੱਦੇ ਤੇ ਜੋ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ, ਸਾਬਕਾ ਮੰਤਰੀ ਧਰਮਸੋਤ ਨੂੰ ਜੰਗਲਾਤ ਦੇ ਮਹਿਕਮੇ 'ਚ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕਰਪਸ਼ਨ ਦਾ ਕਹਿੰਦੇ ਸਕੈਂਡਲ ਹੈ, ਜਿਹਦੇ ਕਰਕੇ ਹੱਥ ਪਾਇਆ ਗਿਆ। ਇੱਕ ਹੋਰ ਮੰਤਰੀ ਸੰਗਲ ਜੀ, ਉਹਦੇ ਖਿਲਾਫ ਵੀ FIR ਦਰਜ ਕੀਤੀ ਗਈ ਹੈ। ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ, ਜੇ ਕੇਂਦਰ ਦੀ ਗੱਲ ਕਰਦੇ ਆ ਤਾਂ ਜਿਸ ਤਰੀਕੇ ਨਾਲ ED ਨੇ ਉੱਥੇ ਹੱਥ ਪਾਇਆ ਦਿੱਲੀ ਦੀ ਸਰਕਾਰ ਦੇ ਵਿੱਚ, ਤਾਂ ਸਾਫ਼ ਤੌਰ ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ। ਪਰ ਇੱਥੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਪੰਜਾਬੀਆਂ ਨਾਲ ਵਾਅਦਾ ਕੀਤਾ ਗਿਆ ਸੀ, ਉਹਦੇ ਮੁਤਾਬਕ ਹੱਥ ਪਾਇਆ ਗਿਆ ਧਰਮਸੋਤ ਨੂੰ। ਜੀ ਸੋਈ ਸਾਹਿਬ, ਦੇਖੋ, ਪਹਿਲੀ ਗੱਲ ਤੇ ਸਿੱਧੂ ਸਾਹਿਬ, ਵਰਲਡ এনवायरमेंट ਡੇ ਦੇ ਉੱਪਰ ਜੇ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਜੰਗਲ ਖਰਾਬ ਕਰਨ ਦਾ ਦੋਸ਼ੀ ਪਾਇਆ ਗਿਆ ਜੀ, ਜਾਂ ਉਹਨਾਂ ਦੇ ਦੂਜੇ ਮੰਤਰੀ ਸੰਗਤ ਸਿੰਘ ਗਲਜੀਆਂ ਨੂੰ ਜਾਂ ਦੂਜੇ ਅਫਸਰਾਂ ਨੂੰ ਦੋਸ਼ੀ ਪਾਇਆ ਗਿਆ ਤੇ ਅਰੈਸਟ ਕੀਤਾ ਹੈ, ਇਹ ਇੱਕ ਵੈਲਕਮ ਸਟੈਪ ਹੈ। ਬੀਜੇਪੀ ਇਸ ਗੱਲ ਦਾ ਵੈਲਕਮ ਕਰਦੀ ਹੈ ਕਿ ਕਰਪਸ਼ਨ ਨੂੰ ਨੱਥ ਪਾਉਣ ਵਾਸਤੇ ਜੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਅਸੀਂ ਹੋਲ ਹਾਰਟਡਲੀ ਉਹਨੂੰ ਵੈਲਕਮ ਕਰਦੇ ਹਾਂ। ਮੋਦੀ ਸਾਹਿਬ ਦਾ ਸ਼ੁਰੂ ਤੋਂ ਹੀ ਨਾਰਾ ਸੀਗਾ, ਨਾ ਖਾਏਂਗੇ ਨਾ ਖਾਣੇ ਦੇਂਗੇ। ਲੇਕਿਨ ਦੂਜੇ ਪਾਸੇ ਜੇ ਲੈ ਜਾਓ ਤੁਸੀਂ ਗੱਲ ਨੂੰ, ਤੇ ਇਹਨਾਂ ਦੇ ਖੁਦ ਇੱਕ ਮੰਤਰੀ ਸ਼ੁਰੂ ਤੋਂ ਹੀ ਡੇ 1 ਤੋਂ ਉਹ ਤੀਜੇ ਫਲੋਰ ਤੇ ਬਹਿੰਦੇ ਸੀਗੇ, ਭਗਵੰਤ ਮਾਨ ਹੁਣੀ CM ਸਾਹਿਬ ਦੂਜੇ ਫਲੋਰ ਤੇ ਬਹਿੰਦੇ ਸੀਗੇ, ਤੇ ਉਹ ਤੀਜੇ ਫਲੋਰ ਤੇ ਟੱਪ ਕੇ ਦੂਜੇ ਫਲੋਰ ਤੋਂ ਉਹ ਕਰਪਸ਼ਨ ਪਹਿਲੇ ਦਿਨ ਤੋਂ ਹੀ ਕਰਦੇ ਸੀ, ਜਿਹੜਾ ਇਹਨਾਂ ਨੇ ਫੜ ਕੇ ਤੇ ਅੰਦਰ ਸੁੱਟਿਆ। ਦੂਜਾ ਇਹਨਾਂ ਦਾ ਮੰਤਰੀ ਸਤਿੰਦਰ ਜੈਨ ਦੀ ਗੱਲ ਕਰਦੇ ਨੇ, ਉਹਨਾਂ ਤੇ ਵੀ ਪੂਰੇ ED ਕੋਲ ਜੋ ਸਬੂਤ ਹੁੰਦੇ ਆ ਤਾਂ ਹੀ ED ਉਹਨਾਂ ਨੂੰ ਅਰੈਸਟ ਕਰਦੀ ਹੈ। ਇਹਨਾਂ ਕੋ ਬਾਕੀ ਜੁਡੀਸ਼ਰੀ ਪੂਰਾ ਕੰਮ ਕਰ ਰਹੀ ਹੈ। ਜੁਡੀਸ਼ਰੀ ਜਿਹੜੀ ਹੈਗੀ ਆ ਉਹ ਅਪਰੋਚ ਕਰ ਸਕਦੇ ਨੇ ਜਦੋਂ ਵੀ ਚਾਹਣ। ਲੇਕਿਨ ਮੈਂ ਦੱਸ, ਜਿਹੜੀ ਖਤਰਨਾਕ ਗੱਲ ਸਿੱਧੂ ਸਾਹਿਬ, ਜਿਹੜੀ ਟ੍ਰੈਂਡ ਨਜ਼ਰ ਆ ਰਿਹਾ ਨਾ, ਉਹ ਟ੍ਰੈਂਡ ਨਜ਼ਰ ਆ ਰਿਹਾ ਹੈ ਕਿ ਇੱਕ ਪੰਜਾਬ ਨੇ ਇੱਕ ਚੇਂਜ ਨੂੰ ਬਦਲਾਵ ਦਿੱਤਾ ਸੀਗਾ, ਬਦਲਾਵ ਨੂੰ ਵੈਲਕਮ ਕੀਤਾ ਸੀਗਾ, ਤੇ ਅੱਜ ਉਹ ਬਦਲਾਵ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਕਰਪਸ਼ਨ ਜਿਹੜੀ ਹੈ ਅੱਗੇ ਤੋਂ ਕਈ ਗੁਣਾ ਵੱਧ ਗਈ ਹੈ। ਇਹਦੇ 'ਚ ਵੀ ਕਿਤੇ ਹੱਦ ਤੱਕ ਸੱਚਾਈ ਨਜ਼ਰ ਆਉਂਦੀ ਹੈ ਕਿ ਜਦੋਂ ਏਦਾਂ ਦੀ ਲੌਲੈਸਨੈਸ ਹੋਵੇ ਪੰਜਾਬ ਦੇ ਵਿੱਚ, ਨੋਨ ਗਵਰਨੈਂਸ ਹੋਵੇ, ਨੋਨ ਪਰਫਾਰਮੈਂਸ ਹੋਵੇ ਪਿਛਲੇ 60 ਦਿਨਾਂ ਦੇ ਵਿੱਚ, ਤੇ ਸਰਕਾਰ ਕੋਈ ਏਦਾਂ ਦੇ ਸਟੈਪ ਲੈ ਸਕਦੀ ਹੈ ਕਿ ਜਿਹੜੇ ਕਰਪਸ਼ਨ ਦੇ ਅਗੇਂਸਟ ਜ਼ਰੂਰ ਲੈਣੇ ਚਾਹੀਦੇ ਨੇ। ਲੇਕਿਨ ਜਿਹੜੇ ਬਾਕੀ 60 ਮਰਡਰ ਹੋ ਗਏ ਨੇ, ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਪਰ ਅਟੈਕ ਹੋਇਆ, ਬਾਕੀ ਜਿਹੜੀ ਘਰ ਦੇ ਵਿੱਚ ਦੇਖੋ, ਜਦੋਂ ਸਰਕਾਰੀ ਅਫਸਰਾਂ 'ਚ ਅਸੀਂ ਜਾਂਦੇ ਆ ਨਾ ਜੀ, ਤੇ ਲੋਕੀ ਕਹਿੰਦੇ ਸੀਗੇ ਜਿਹੜਾ ਪਹਿਲਾਂ ਕੰਮ 500 ਰੁਪਏ 'ਚ ਹੁੰਦਾ ਸੀ ਉਹ 5000 'ਚ ਹੁੰਦਾ, ਜਿਹੜਾ ਪਹਿਲਾਂ 1000 ਰੁਪਏ 'ਚ ਹੁੰਦਾ ਸੀ ਉਹ 10000 'ਚ ਹੁੰਦਾ। ਆਪ ਅਸੀਂ ਬਾਰ-ਬਾਰ ਕਹਿੰਦੇ ਰਹੇ ਆ ਕਿ ਕਾਂਗਰਸ ਸਰਕਾਰ ਜਿਹੜੀ ਸੀਗੀ ਉਹ ਨੈਕ ਡੀਪ ਸੀਗੀ ਕਰਪਸ਼ਨ ਦੇ ਵਿੱਚ। ਜੇ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਈ ਫਾਈਲਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ, ਇਹਨਾਂ ਦੇ ਵਿੱਚ ਕੀ ਐਕਸਚੇਂਜ ਹੋਇਆ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਸਾਨੂੰ ਨਹੀਂ ਪਤਾ। ਲੇਕਿਨ ਜੇ ਜਿੰਨੇ ਵੀ ਮੰਤਰੀ ਇਹਨਾਂ ਦੇ ਹੈਗੇ ਨੇ, ਜੇ ਉਹ ਕਿਤੇ ਕਰਪਸ਼ਨ ਦੇ ਵਿੱਚ ਸੰਬੰਧਿਤ ਹੈਗੇ ਨੇ ਪੁਰਾਣੇ, ਉਹਨਾਂ ਨੂੰ ਫੜ ਕੇ ਅੰਦਰ ਦਿਓ, ਬੀਜੇਪੀ ਉਹਦਾ ਵੈਲਕਮ ਕਰੇਗੀ। ਜੇ ਬੀਜੇਪੀ ਨੂੰ ਕਲੀਨ ਚਿੱਟ ਨਹੀਂ ਮਿਲ ਜਾਂਦੀ, ਜੇ ਕੋਈ ਵੀ ਮੰਤਰੀ, ਮੈਂ ਫਿਰ ਸਟੇਜ ਤੋਂ ਕਹਿ ਰਿਹਾ, ਜੇ ਕੋਈ ਵੀ ਮੰਤਰੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ, ਕੋਈ ਸਬੂਤ ਹੈਗਾ, ਉਹਨਾਂ ਦੇ ਖਿਲਾਫ ਪੂਰੀ ਬਣਦੀ ਕਾਰਵਾਈ ਕਰੋ ਤੇ ਪੰਜਾਬ ਚੋਂ ਕਰਪਸ਼ਨ ਦਾ ਕੋਡ ਜਿਹੜਾ ਖਤਮ ਕਰੋ, ਜਿਵੇਂ ਕਿ ਮੋਦੀ ਸਰਕਾਰ ਨੇ ਹਿੰਦੁਸਤਾਨ ਚੋਂ ਕੀਤਾ। ਤੇ ਬਾਕੀ ਜਿਹੜੀ ਆ ਇਹਨਾਂ ਦੀ ਨੋ ਪਰਫਾਰਮੈਂਸ ਜਿਹੜੀ ਹੈਗੀ ਹੈ, ਲੋਕਾਂ ਨੂੰ ਇਸ ਵਕਤ ਪੰਜਾਬ 'ਚ ਸਾਹ ਨਹੀਂ ਆ ਰਿਹਾ, ਬੱਸਾਂ ਲੁੱਟੀਆਂ ਜਾ ਰਹੀਆਂ, ਬੰਦੇ ਮਾਰੇ ਜਾ ਰਹੇ ਨੇ, ਵੱਡੇ ਇਹ ਸਿੱਧੂ ਮੂਸੇਵਾਲੇ ਨੂੰ ਮਾਰਤਾ ਗਿਆ। ਆਪਾਂ ਜਵਾਬ ਲੈ ਲਈਏ ਸੋਈ ਸਾਹਿਬ, ਬਿਲਕੁਲ ਸੋਈ ਸਾਹਿਬ, ਆਪਾਂ ਜਵਾਬ ਲੈ ਲਈਏ। ਰਮਨ ਜੀ ਜਿਸ ਮੁੱਦੇ ਤੇ ਗੱਲ ਕਰ ਰਹੇ हैं, वो कह रहे भी बिल्कुल ठीक है, जे सही कार्रवाई की गई है ਧਰਮਸੋਤ ਦੇ ਖਿਲਾਫ ਤਾਂ ਅਸੀਂ ਉਸ ਨੂੰ ਵੈਲਕਮ ਕਰਦੇ ਹਾਂ। ਪਰ ਪੰਜਾਬ ਜਿਸ ਤਰ੍ਹਾਂ ਦੀ ਅਮਨ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ, ਉਸ ਤੋਂ ਟਾਲਾ ਵੱਟਣ ਦੇ ਲਈ ਇੱਕ ਪਾਸੇ ਨੂੰ ਬਹੁਤ ਵੱਡਾ ਵਧਾ ਚੜਾ ਕੇ, ਇੱਦਾਂ ਹੀ ਭੁੱਲਰ ਸਾਹਿਬ ਵੀ ਕਹਿ ਰਹੇ ਸੀ ਕੋਈ ਨਿੱਕੀ ਜਿਹੀ ਗੱਲ ਹੁੰਦੀ ਹੈ ਤਾਂ ਆਪਾਂ ਵੱਡੇ ਇਸ਼ਤਿਹਾਰ ਦੇ ਦਿੰਦੇ ਹਾਂ ਵਾਹ ਖੱਟਣ ਦੇ ਲਈ, ਵੀ ਜਿਹੜੀ ਪੰਜਾਬ ਦੀ ਮੌਜੂਦਾ ਸਥਿਤੀ ਹੈ ਉਹ ਤੋਂ ਟਾਲਾ ਵੱਟਣ ਲਈ ਇੱਦਾਂ ਦੀਆਂ ਗੱਲਾਂ ਨੂੰ ਹਾਈਲਾਈਟ ਕੀਤਾ ਜਾਂਦਾ ਆਪ ਵੱਲੋਂ। ਜੀ ਚੰਦੀ ਸਾਹਿਬ, ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਮੁੱਖ ਮੰਤਰੀ ਬਣਨ ਤੋਂ ਚੰਦੀ ਸਾਹਿਬ ਇੱਕ ਸੈਕਿੰਡ ਲਈ ਤੁਹਾਨੂੰ ਮੈਂ ਮਾਫੀ ਮੰਗਾਂਗਾ। ਸਾਡੇ ਨਾਲ ਕਾਂਗਰਸ ਪਾਰਟੀ ਦੇ ਬੁਲਾਰੇ ਗੁਰਵਿੰਦਰ ਬਾਲੀ ਜੀ, ਸੀਨੀਅਰ ਸਪੋਕਸਪਰਸਨ ਹੈ, ਉਹ ਵੀ ਜੁੜ ਰਹੇ ਛੇਤੀ। ਜੀ ਚੰਦੀ ਸਾਹਿਬ, ਬਿਲਕੁਲ ਦੇਖੋ, ਮੁੱਖ ਮੰਤਰੀ ਬਣਨ ਤੋਂ ਥੋੜਾ ਸਮਾਂ ਪਹਿਲਾਂ
ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਈਵ ਹੋ ਕੇ ਸਾਡੇ ਸਾਰੇ ਐਮਐਲਏਜ਼ ਨੂੰ, ਸਾਡੇ ਵਜ਼ੀਰ ਬਣਨ ਵਾਲੇ ਵਜ਼ੀਰ ਨੂੰ ਔਰ ਸਾਡੇ ਲੀਡਰ ਸਾਹਿਬਾਨਾਂ ਨੂੰ ਇਹ ਨਿਰਦੇਸ਼ ਦਿੱਤੇ ਸੀ ਕਿ ਕਰਪਸ਼ਨ ਨੂੰ ਲੈ ਕੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ, ਚਾਹੇ ਸਾਡਾ ਹੀ ਕੋਈ ਨਾ ਕਿਉਂ ਨਾ ਹੋਵੇ। ਇਸੇ ਕੜੀ ਦੇ ਤਹਿਤ ਜਿਹੜੇ ਅੱਜ ਵਿਰੋਧੀ ਇਹ ਗੱਲਾਂ ਕਰਦੇ ਨੇ ਕਿ ਕਰਪਸ਼ਨ ਤਾਂ ਇਹਨਾਂ ਦੇ ਇੱਕ ਫਲੋਰ ਹਟ ਕੇ ਹੈ, ਇਹਨਾਂ ਨੇ ਉਸ ਗੱਲ ਲਈ ਪ੍ਰੇਜ਼ ਨਹੀਂ ਕਰਨੀ ਕਿ ਇਹਨਾਂ ਨੇ ਆਪਣਾ ਹੀ ਇੱਕ ਮੰਤਰੀ, ਆਪਣਾ ਹੀ ਇੱਕ ਵੱਡਾ ਲੀਡਰ ਕਰਪਸ਼ਨ ਦੇ ਆਧਾਰ ਤੇ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਧੱਕਿਆ। ਇਹ ਦੇਖੋ ਪੰਜਾਬੀ ਚ ਕਹਿੰਦੇ ਦੋ ਮਤਲਬ ਨਿਕਲਦੇ ਨੇ, ਕਹਿੰਦੇ 6 ਮੰਤਰੀਆਂ ਦੇ ਖਿਲਾਫ ਹੋਰ ਵੀ ਉਹ 6 ਮੰਤਰੀ ਨਹੀਂ ਹਲੇ ਚੁੱਪ ਤਾਂ ਕਰ ਜੋ। ਸੋਹੀ ਸਾਹਿਬ ਮੈਂ ਵਿੱਚ ਡਿਸਟਰਬ ਨਹੀਂ ਕਰਦਾ, ਮੈਂ ਡਿਸਟਰਬ ਨਹੀਂ ਕਰਦਾ ਵਿੱਚ ਕਿਸੇ ਨੂੰ, ਸੁਣਤਾ ਲਓ ਨਾ। ਇਹ ਸਾਰਾ ਕੁਝ ਨਿਕਲ ਕੇ ਆਊਗਾ। ਕਰਪਸ਼ਨ ਹੈ ਜਿਹੜੀ 2007 ਤੋਂ ਲੈ ਕੇ 2022 ਤੱਕ ਨਿਕਲੂਗੀ, ਸਾਰੀ ਨਿਕਲ ਗਏ, ਚਿੰਤਾ ਨਾ ਕਰੋ। ਜਿੰਨੇ ਵੀ ਆਉਣਗੇ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸਾਥ ਚਾਂਦੀ ਸਾਹਿਬ 2007 ਤੋਂ ਲੈ ਕੇ ਗੱਲ ਕਰਦੇ ਹੋ, ਅਕਾਲੀ ਦਲ ਬੀਜੇਪੀ ਵਾਲਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਡਰਾ ਰਹੇ ਹੋ ਕਿ ਜਾਂ ਕੋਈ ਸਬੂਤ ਹੈ ਤੁਹਾਡੇ ਕੋਲੇ? ਦੇਖੋ ਜੀ ਸਾਰਾ ਕੁਝ ਦੇਖੋ ਟਾਈਮ ਡੇ ਬਾਈ ਡੇ ਸਾਰਾ ਕੁਝ ਹੁੰਦਾ। ਜੇ ਆਪਾਂ ਹੁਣ ਗੱਲ ਕਰੀਏ ਕਿ ਜੇ ਆਪਣਾ ਦੇਖੋ ਇੱਕ ਟੋਕਰਾ, ਜੇ ਹੁਣ ਉਹ ਟੋਕਰਾ ਹੀ ਸਾਰਾ ਕਰਪਸ਼ਨ ਦਾ ਭਰਿਆ ਹੋਇਆ ਹੈ ਤਾਂ ਹੁਣ ਉਹਨੂੰ ਕੱਢ ਕੇ ਲਿਆ ਕੇ ਨਾ ਆਪਾਂ ਜਵਾਬ ਦਿੰਦੇ ਆ। ਉਹਦੇ ਲਈ ਸਬੂਤ ਵੀ ਚਾਹੀਦੇ ਨੇ, ਸਬੂਤਾਂ ਦੇ ਆਧਾਰ ਤੇ ਫਿਰ ਪਹਿਲਾਂ ਹੀ ਕਹਿੰਦੇ ਨੇ ਦੇਖੋ ਉਹ ਦੇ ਦਿਓ ਜਨਾਬ, ਇੰਨੀ ਕਾਹਲੀ ਕਾਹਨੂੰ ਹੈ, ਸੁਣਤਾ ਲਓ ਨਾ। ਜਦੋਂ ਕਿਸੇ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਸਬੂਤ ਵੀ ਪੇਸ਼ ਕਰਨੇ ਹੁੰਦੇ ਨੇ, ਸਬੂਤਾਂ ਦੇ ਆਧਾਰ ਤੇ ਕਾਰਵਾਈ ਹੋਊਗੀ ਔਰ ਨਿਰਪੱਖ ਹੋਊਗੀ। ਕੋਈ ਵੀ ਪੋਲੀਟੀਕਲ ਵੈਂਡਾਟਾ ਕਿਸੇ ਤਰੀਕੇ ਦਾ ਨਹੀਂ। ਮਾਨ ਸਰਕਾਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਇੱਕ ਮਿੰਟ, ਜੋ ਕੁਝ ਅੱਜ ਪੰਜਾਬ 'ਚ ਹੋ ਰਿਹਾ, ਗੱਲ ਸੁਣ ਲਓ ਹੁਣ। ਇਹਦੀ ਦੇਖੋ ਜੋ ਕੁਝ ਅੱਜ ਪੰਜਾਬ 'ਚ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕਿਉਂਕਿ 70 ਸਾਲਾਂ ਤੋਂ ਜਿਹੜਾ ਰਾਜ ਭਾਗ ਇਹਨਾਂ ਹੱਥੋਂ ਖੋਇਆ ਗਿਆ, ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਦੂਜੇ ਰਾਜਾਂ 'ਚ ਵੀ ਪੈਰ ਪਸਾਰ ਰਹੀ ਹੈ। ਚਲੋ ਸਿੱਧੂ ਸਾਹਿਬ ਭਾਸ਼ਣ ਥੋੜਾ ਸੁਣਨਾ ਸੀ। 70 ਸਾਲ ਵਾਲਿਆਂ ਨੂੰ ਪੁੱਲਰ ਸਾਹਿਬ ਨਹੀਂ, ਹੁਣ ਮੈਂ ਤੁਹਾਡਾ ਭਾਸ਼ਣ ਸੁਣ ਬੈਠਾ, ਮੈਂ ਤੁਹਾਡਾ ਭਾਸ਼ਣ ਨਹੀਂ ਸੁਣ ਬੈਠਾ ਇੱਥੇ। ਉੱਠ ਕੇ ਚਲਾ ਜਾ ਫਿਰ, ਉੱਠ ਕੇ ਚਲਾ ਜਾ ਰੱਖਿਆ ਤੇ ਉੱਠ ਕੇ ਚਲਾ ਜਾ ਨਹੀਂ ਚਾਹੀਦੀ ਹੈ। ਉਹ ਮੇਰੇ ਨਾਲ 10 ਸਾਲ ਵੱਡੇ ਹੋ ਤੁਸੀਂ, ਆਪਣਾ ਵੇ ਆਫ ਟਾਕਿੰਗ ਸਹੀ ਰੱਖੋ। ਓਕੇ ਚੰਦ ਸਾਹਿਬ ਕੋਈ ਗੱਲ ਨਹੀਂ। ਚੰਦ ਸਾਹਿਬ ਮੈਂ ਮੌਕਾ ਇਹਨਾਂ ਨੂੰ ਡਿਬੇਟ ਦੀ ਨਾ ਸੱਦਿਆ ਕਰੋ ਜੇ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਹੁੰਦਾ। ਇਹਨੂੰ ਨਾ ਸੱਦਿਆ ਕਰੋ, ਨਹੀਂ ਬੋਲਣ ਦੀ। ਚੰਦ ਸਾਹਿਬ ਆਪਾਂ ਬਕਵਾਸ ਕਰਨ ਨੂੰ ਕੁਝ ਪਤਾ ਨਹੀਂ, ਪੂਰਾ ਗੱਲ ਕਰਨ ਦਾ। ਪੁੱਲਰ ਸਾਹਿਬ ਦੀ ਗੱਲ ਸੁਣ ਲਈਏ। ਪੁੱਲਰ ਸਾਹਿਬ ਢੇਲਾ ਕਰਦੀ ਮੇਲਾ ਆਪਾਂ ਪੁੱਲਰ ਸਾਹਿਬ ਦੀ ਗੱਲ, ਤੇਰੇ ਕੋਲ ਕਿਹੜਾ ਕੋਈ ਢੇਲਾ ਹੈਗਾ? ਹਾਂ ਪੁੱਲਰ ਸਾਹਿਬ ਆਪਣੀ ਗੱਲ ਕਰੋ। ਤੁਸੀਂ ਚੋਰ ਬੈਠੇ ਹੋ ਪੰਜਾਬ 'ਚ, ਚੋਰ ਸਭ ਤੋਂ ਵੱਡਾ ਕੇਜਰੀਵਾਲ ਹੈ। ਪੰਜਾਬ ਦਾ 10 ਕਰੋੜ ਰੁਪਇਆ 2 ਮਿੰਟ ਖਾ ਗਏ। 10 ਕਰੋੜ 10,000 ਕਰੋੜ ਰੁਪਇਆ 2 ਮਿੰਟ ਖਾ ਗਏ ਤੁਸੀਂ। ਚੋਰ ਤੋਂ ਕੇਜਰੀਵਾਲ ਹੈ, ਭਗਵੰਤ ਮਾਨ ਚੋਰ ਹੈ, ਤੁਸੀਂ ਬਾਰੀ ਵੱਟਾ ਇੱਕ ਦੂਜੇ ਨਾਲ ਚੋਰ ਨਹੀਂ ਦੇਣਾ। ਮਾਨ ਸਾਹਿਬ ਨੇ ਬੜੀਆਂ ਸੀਟਾਂ ਵੇਚੀਆਂ ਤੁਸੀਂ। ਚੋਰ ਬਚਾਏ ਸ਼ੋਰ, ਢੋਲ ਗੱਲ ਚ ਪਾਵੇ ਸ਼ੋਰ ਬਚਾਉਂਦਾ। ਚੰਦ ਸਾਹਿਬ ਤੁਹਾਡਾ ਵੀ ਪਿੰਡ ਆਇਆ। ਪੁੱਲਰ ਸਾਹਿਬ ਮੈਂ ਦੋਨੇ ਮਹਿਮਾਨਾਂ ਨੂੰ ਰਿਕੁਐਸਟ ਕਰਦਾ ਹਾਂ ਕਿ ਪੁੱਲਰ ਸਾਹਿਬ ਤੁਸੀਂ ਆਪਣਾ ਜਾਤੀ ਕਮੈਂਟ ਕਰਨ ਦੀ ਬਜਾਏ ਮੁੱਦੇ ਤੇ ਆਪਾਂ ਗੱਲ ਕਰੀਏ। ਫਿਰ ਮੈਂ ਬਾਲੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਹੈ ਜਿਨ੍ਹਾਂ ਦੇ ਸਮੇਂ ਦੇ ਮੰਤਰੀ ਦੇ ਖਿਲਾਫ ਕਾਰਵਾਈ ਹੋਈ, ਆਪਾਂ ਉਹਨਾਂ ਦੇ ਕਮੈਂਟ ਵੀ ਲੈ ਲਈਏ। ਪੁੱਲਰ ਸਾਹਿਬ ਪਲੀਜ਼। ਸਿੱਧੂ ਸਾਹਿਬ ਅੱਜ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੌਲਾ ਚੋਰ ਪਾ ਰਹੇ ਨੇ। ਕੇਜਰੀਵਾਲ ਨੇ ਕਿਹਾ ਸੀ ਕਿ ਮੇਰੇ ਕੋਲ ਮਾਫੀਆ ਨੇ ਆ ਕੇ ਮੀਟਿੰਗ ਕੀਤੀ, ਮੈਨੂੰ ਅਪਰੋਚ ਕੀਤਾ। ਅੱਜ ਤੱਕ ਕਿਉਂ ਨਹੀਂ ਨਾਂ ਲਿਆ ਗਿਆ ਉਹਨਾਂ ਲੋਕਾਂ ਦਾ? ਕਿਉਂ ਨਹੀਂ ਕੇਜਰੀਵਾਲ ਦੇ ਖਿਲਾਫ ਪਰਚਾ ਦਰਜ ਕਰਦੀ ਭਗਵੰਤ ਮਾਨ ਸਰਕਾਰ ਕਿ ਪੰਜਾਬ ਦੇ ਕਿਹੜਾ ਮਾਫੀਆ ਜਿਹਨੇ ਜਾ ਕੇ ਉਹਨਾਂ ਮੀਟਿੰਗ ਕੀਤੀ? ਕਿਉਂ ਡਿਸਕਲੋਜ਼ ਕੀਤਾ? ਔਰ ਤੁਹਾਨੂੰ ਹੈਰਾਨਗੀ ਹੋਗੀ, ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਇਹ ਕਹਿੰਦੇ ਲੈ ਕੇ ਆਵਾਂਗੇ ਅਸੀਂ, ਠੇਕੇ ਜਿਹੜੇ ਨੇ ਉਹ ਬਿਲਕੁਲ ਇਮਾਨਦਾਰੀ ਨਾਲ ਦੇਵਾਂਗੇ। ਹਿੰਦੁਸਤਾਨ ਦੇ ਸਾਊਥ ਦੇ ਸਭ ਤੋਂ ਵੱਡੇ ਮਾਫੀਆ ਨੂੰ ਠੇਕੇ ਦੇ ਦਿੱਤੇ ਗਏ ਪੰਜਾਬ ਦੇ। ਪੁੱਲਰ ਸਾਹਿਬ ਉਹਨਾਂ ਨੂੰ ਸੌਦਾ ਕਰ ਲਿਆ ਗਿਆ। ਪੁੱਲਰ ਸਾਹਿਬ ਮੇਰੀ ਗੱਲ ਸੁਣੋ। ਦੂਸਰੀ ਗੱਲ ਚੋਰ ਚੁੱਪ ਕਰ। ਆਪਾਂ ਪੁੱਲਰ ਸਾਹਿਬ ਆਪਾਂ ਦੂਸਰੀ ਗੱਲ 10,000 ਕਰੋੜ ਰੁਪਇਆ 10,000 ਕਰੋੜ ਰੁਪਇਆ 2 ਮਹੀਨਿਆਂ ਦੇ ਵਿੱਚ ਖਾ ਗਏ ਲੋਕ
ਪੰਜਾਬ ਦਾ ਖਾ ਗਏ ਲੋਕ, ਕਿਤੇ ਪੁਲਿਸ ਕਿਤੇ ਸਾਹਿਬ ਨਹੀਂ ਜੇ ਇਹ ਗੱਲ ਲਾਈ, ਕਹਿ ਕਿਤੇ ਰਹੇ ਪੱਥਰ ਆ, ਨਹੀਂ ਲਾਇਆ, ਕੋਈ ਸੜਕ ਨਹੀਂ ਪੁਲਿਸ ਸਾਹਿਬ- ਪੁਲਿਸ ਬਣਾਈ, ਸਾਹਿਬ ਇਹ ਮੇਰਾ ਚੋਰ ਖਾ ਗਏ ਲੋਕਾਂ ਦਾ ਪੈਸਾ। ਪੁਲਿਸ ਸਾਹਿਬ ਜੇ ਉਹ ਗੱਲ ਕਹਿ ਰਹੇ ਆ ਕਿ 2007 ਤੋਂ ਲੈ ਕੇ ਕਿਸੇ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੋਏਗਾ ਤਾਂ ਅਸੀਂ ਉਸ ਦੇ ਖਿਲਾਫ ਇਹ ਸਿਰਫ ਸਿੱਧੂ ਸਾਹਿਬ 3 ਮਹੀਨਿਆਂ ਦਾ, ਇਹ ਸਿਰਫ 3 ਮਹੀਨਿਆਂ ਦਾ, 3 ਮਹੀਨਿਆਂ ਦਾ ਜਿਹੜਾ ਹਿਸਾਬ ਹੈ ਉਹ ਦੇ ਦੇਣ। 10,000 ਕਰੋੜ ਰੁਪਇਆ ਕਿਹਦੀ ਜੇਬ 'ਚ ਗਿਆ ਹੈ? ਉਹ ਕਿਸੇ ਸਕੂਲ 'ਚ ਨਹੀਂ ਲਾਇਆ ਗਿਆ, ਕਿਸੇ ਹਸਪਤਾਲ 'ਚ ਨਹੀਂ ਲਾਇਆ ਗਿਆ, ਪਰ ਉਹ ਕਹਿੰਦੇ ਕੋਈ ਸੜਕ ਨਹੀਂ ਬਣਾਈ ਗਈ, ਕੋਈ ਦਫ਼ਤਰ ਨਹੀਂ ਲਾਏ ਗਏ। ਕਰਨ 3 ਮਹੀਨੇ ਦਾ ਹਿਸਾਬ ਹੀ ਦੇਣ। ਉਹ 10,000 ਕਰੋੜ ਰੁਪਇਆ ਕੇਜਰੀਵਾਲ ਦੀ ਜੇਬ 'ਚ ਗਿਆ, ਉਹ ਚੱਡਾ ਦੀ ਜੇਬ 'ਚ ਗਿਆ, ਉਹ ਭਗਵੰਤ ਮਾਨ ਦੀ ਜੇਬ 'ਚ ਗਿਆ, ਕਿਆ ਚੰਦੀ ਦੀ ਜੇਬ 'ਚ ਗਿਆ। ਸਬੂਤ ਲੈ ਕੇ ਆਉਣਾ ਸੀ। ਓਕੇ, ਥੈਂਕ ਯੂ ਵੈਰੀ ਮਚ। ਕਿੱਥੇ ਗਿਆ ਕਰਜ਼ਾ ਚੱਕਿਆ ਤੁਸੀਂ? ਪੁਲਿਸ ਸਾਹਿਬ ਤੁਹਾਡੀ ਗੱਲ ਆ ਕਿੱਥੇ ਗਈ ਖਰਚਾ ਹੈ। ਕੀਤਾ? ਪੁਲਿਸ ਸਾਹਿਬ ਤੁਹਾਡੀ ਗੱਲ ਆ ਗਈ। ਮੈਂ ਗੁਰਵਿੰਦਰ ਬਾਲੀ ਜੀ ਤੋਂ ਜਵਾਬ ਲੈ ਲਈਏ। ਸੋਈ ਸਾਹਿਬ ਮੈਂ ਆਣਾ, ਪਲੀਜ਼ ਮੈਨੂੰ ਇਜਾਜ਼ਤ ਦਿਓ। ਗੁਰਵਿੰਦਰ ਬਾਲੀ ਜੀ ਤੋਂ ਵੀ ਆਪਾਂ ਸਵਾਲ ਲੈ ਲਈਏ। ਗੁਰਵਿੰਦਰ ਬਾਲੀ ਜੀ, ਜਿਸ ਮੁੱਦੇ ਦਾ ਜਿਹੜਾ ਹੈਗਾ ਬਹੁਤ ਵੱਡਾ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਹੈ, ਸਾਧੂ ਸਿੰਘ ਧਰਮਸੋਤ, ਉਹਨਾਂ ਦੇ ਖਿਲਾਫ ਜਿਸ ਤਰੀਕੇ ਨਾਲ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ, ਉਹ ਤੇ ਉਹਨਾਂ ਦੇ ਦੋ ਸਹਾਇਕ, ਇੱਕ ਹੋਰ ਜਿਹੜੇ ਕੈਬਨਿਟ ਮੰਤਰੀ ਰਹੇ ਹੈ ਸੰਗ ਸਿੰਘ ਗਿਲਜੀਆਂ, ਉਹਨਾਂ ਦੇ ਖਿਲਾਫ FIR ਦਰਜ। ਔਰ ਮਾਮਲਾ ਕੀ ਹੈ? ਕਹਿੰਦੇ ਇੱਕ ਦਰਖਤ ਕੱਟਣ ਦੇ 500 ਰੁਪਏ ਲੈਂਦੇ ਸੀ ਤੇ ਲਾਉਣ ਦੇ ਵੀ ਲੈਂਦੇ ਸੀਗੇ। ਇਹ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ, ਕਾਂਗਰਸ ਕਹਿ ਰਹੀ ਹੈ ਕਿ ਬਦਲੇ ਦੀ ਭਾਵਨਾ ਨਾਲ, ਇਹ ਬਦਲੇ ਦੀ ਭਾਵਨਾ ਨਾਲ ਆਪ ਵਾਲੇ ਕਹੇ ਕਿ ਸਾਰਾ ਜੰਗਲ ਖਾ ਕੇ ਬਦਲਾ ਕਿੱਥੋਂ ਹੋਇਆ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਸਿੱਧੂ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਜਿੱਦਾਂ ਪੈਨਲਿਸਟ ਸਾਹਿਬਾਨ ਬੈਠੇ ਉਹ ਗੱਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ, ਜੋ ਗੱਲ ਹੋ ਰਹੀ ਹੈ, ਅਗਰ ਕਿਸੇ ਨੇ ਕੋਈ ਗਲਤ ਕੰਮ ਕੀਤਾ, ਅਗਰ ਇਹ ਸਰਕਾਰ ਆਈ ਹੈ, ਇਹ ਸਰਕਾਰ ਇਸ ਮੁੱਦਿਆਂ ਤੇ ਆਈ ਹੈ ਕਿ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ, ਤੇ ਉਸ ਕਰਪਸ਼ਨ ਨੂੰ ਸਾਬਤ ਕਰਨ। ਕੋਈ ਵਜ੍ਹਾ, ਜੇ 2 ਪਿਛਲੇ ਮੁੱਖ ਮੰਤਰੀਆਂ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ ਉਹਨਾਂ ਨੇ ਕਾਹਦੀ ਕਲੀਨ ਚਿੱਟ ਦਿੱਤੀ ਉਹਨਾਂ ਨੂੰ? ਸਭ ਤੋਂ ਵੱਡੀ ਗੱਲ ਹੈ ਉਹ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਤਾ ਲੱਗੇਗਾ। ਅਗਰ ਕਿਸੇ ਨੇ ਕਰਪਸ਼ਨ ਕੀਤੀ ਹੈ, ਅਗਰ ਪੰਜਾਬ ਨੂੰ ਕਿਸੇ ਨੇ ਲੁੱਟਿਆ, ਕਿਸੇ ਨੇ ਪੰਜਾਬ ਦਾ ਕੰਮ ਖਤਮ, ਜੇ ਨੌਜਵਾਨੀ ਖਤਮ ਕੀਤੀ ਹੈ, ਜੇ ਪੰਜਾਬ 'ਚ ਇੰਡਸਟਰੀ ਖਤਮ ਕੀਤੀ ਹੈ, ਜੇ ਮਾਈਨਿੰਗ ਹੋਈ ਹੈ, ਜੇ ਰੇਤਾ ਵਿਕਿਆ ਹੋਵੇ, ਤੇ ਕੱਢ ਕੇ ਲਿਆਏ ਆ। ਸਾਨੂੰ ਇਹਦੇ 'ਚ ਕੀ ਇਤਰਾਜ਼ ਹੈ? ਤਾਂ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਅਸੀਂ ਪਾਰਟੀਆਂ ਦੇ ਨੁਮਾਇੰਦੇ ਹਾਂ। ਅਸੀਂ ਇੰਨੀ ਲੰਬੀ ਬਹਿਸ ਕਰਾਂਗੇ ਕਿਉਂ? ਅਸੀਂ ਤਾਂ ਇਹ ਗੱਲ ਕਹਾਂਗੇ, ਜੇ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਅਗਰ ਕੋਈ ਚੰਗਾ ਕੰਮ ਕਰਤੇ ਨੇ ਤੇ ਉਹਦਾ ਸਮਰਥਨ ਕਰਾਂਗੇ। ਇਹ ਨਾ ਹੋਵੇ ਕਿ ਤੁਸੀਂ ਅੱਜ ਫੜ ਲਿਆ, ਕੱਲ ਨੂੰ ਬੇਦੋਸ਼ ਹੋ ਜਾਏ ਤੇ ਫਿਰ ਕੱਲ ਨੂੰ ਤੁਹਾਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਏ। ਦੇਖੋ, ਇਹ ਸਰਕਾਰ ਕਰੇਗੀ। ਅਗਰ ਸਰਕਾਰ ਕੋਈ ਕੰਮ ਇਹੋ ਜਿਹਾ ਕਰ ਰਹੀ ਹੈ, ਅਗਰ ਕੋਈ ਇਹੋ ਜਿਹੀ ਗੱਲਬਾਤ ਕਰੇ, ਬਦਲੇ ਦੀ ਭਾਵਨਾ ਨਾ ਹੋਵੇ, ਅਗਰ ਕੋਈ ਦੋਸ਼ੀ ਹੈਗਾ ਉਹਨੂੰ ਸਜ਼ਾ ਦਿਓ। ਜੇ ਪੰਜਾਬ ਦਾ ਉਹਨਾਂ ਨੇ ਲੁੱਟਿਆ ਕੁਛ, ਜੇ ਕੋਈ ਸੁੱਟਿਆ, ਕੋਈ ਵੀ ਹੋਵੇ, ਮੈਂ ਹੋਵਾਂ, ਤੁਸੀਂ ਹੋਵੋ, ਕੋਈ ਵੀ ਹੋਵੇ, ਉਹ ਸਾਬਤ ਕਰਨਗੇ ਉਸ ਚੀਜ਼ ਨੂੰ। ਜੇ ਸਰਕਾਰ ਚੁੱਕ ਕੇ ਲਿਆਈਏ ਤੇ ਸ਼ਾਇਦ ਉਹਦੇ ਕੋਲ ਕੋਈ ਕੁਛ ਹੋਏਗਾ ਜਾਂ ਕੋਈ ਗੱਲਬਾਤ ਹੋਏਗੀ, ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਜੀ ਬਾਲੀ ਸਾਹਿਬ, ਬਿਲਕੁਲ ਤੁਸੀਂ ਕਹਿ ਰਹੇ ਹੋ ਕਸੂਰਵਾਰ ਹੋਏਗਾ ਤਾਂ ਕਾਰਵਾਈ ਹੋਣੀ ਚਾਹੀਦੀ ਹੈ, ਪਰ ਤੁਸੀਂ ਗੱਲ ਕੀਤੀ ਹੈ ਕਲੀਨ ਚਿੱਟ ਦੀ। ਤੁਹਾਡੇ ਸਮੇਂ ਦੇ 5 ਸਾਲ ਦੇ ਸਮੇਂ 'ਚ 2 ਮੁੱਖ ਮੰਤਰੀ ਹੋਏ, ਚਰਨਜੀਤ ਸਿੰਘ ਚੰਨੀ ਤੇ ਕੈਪਟਨ ਅਮਰਿੰਦਰ। ਕਲੀਨ ਚਿੱਟ ਦੀ ਜਦੋਂ ਗੱਲ ਆਉਂਦੀ ਹੈ ਸਾਧੂ ਸਿੰਘ ਧਰਮਸੋਤ ਦੇ ਮਾਮਲੇ 'ਚ, ਮੈਂ ਇਸ ਕਰਕੇ ਪਾਰਟੀਕੂਲਰ ਲੈ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਕੀ ਫਿਰ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜਿਹੜੇ ਕਹਿੰਦੇ ਸੀ ਮੇਰੀ ਕੱਛ 'ਚ ਫਾਈਲ ਮਾਰੀ ਹੈ, ਉਹ ਜ਼ਿੰਮੇਵਾਰ ਨਹੀਂ ਹੈ? ਮਾਨਯੋਗ, ਸਤਿਕਾਰਯੋਗ, ਮੈਂ ਪਹਿਲੇ ਦੋਨੋਂ ਮੁੱਖ ਮੰਤਰੀਆਂ ਦਾ ਨਾਂ ਲਿਆ। ਅਗਰ ਦੋਨੋਂ ਮੁੱਖ ਮੰਤਰੀਆਂ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ ਫਿਰ ਦੋਸ਼ੀ ਉਹ ਵੀ ਹੋਣਗੇ। ਅਗਰ ਇਹ ਸਰਕਾਰ ਨੇ, ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਅਗਰ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਨੇ ਅਗਰ ਇਹ ਸਾਬਤ ਕਰਤਾ ਕਿ ਵਾਕਈ ਇਸ ਬੰਦੇ ਨੇ ਕਰਪਸ਼ਨ ਕੀਤੀ ਹੈ, ਉਹ ਮੈਂ ਇਹ ਕਹਿ ਰਿਹਾ, ਮੈਂ ਵੀ ਹੋਵਾਂ, ਭਾਵੇਂ ਤੁਸੀਂ ਹੋ, ਕੋਈ ਵੀ ਹੋਵੋ, ਅੱਜ ਮੁੱਖ ਮੰਤਰੀ ਪੰਜਾਬ ਦੇ ਨੇ ਤੇ ਅਸੀਂ ਪੰਜਾਬ 'ਚ ਹੀ ਰਹਿੰਦੇ ਹਾਂ ਤੇ ਅਸੀਂ ਪੰਜਾਬ ਦੀ ਪੋਲੀਟਿਕਸ ਕਰਦੇ ਹਾਂ ਤੇ ਉਹ ਮੁੱਖ ਮੰਤਰੀ ਸਾਰਿਆਂ ਦੇ ਨੇ। ਅਗਰ ਉਹਨਾਂ ਨੇ ਇਹ ਕੰਮ ਕੀਤਾ, ਅਗਰ ਉਹਨੇ ਕਰਪਸ਼ਨ ਦੇ ਖਿਲਾਫ ਕੋਈ ਗੱਲ ਕੀਤੀ, ਅਗਰ ਕੋਈ ਹੋਈ, ਅਗਰ ਕੋਈ ਸਾਬਤ ਹੋਈ, ਤਾਂ ਡੈਫੀਨੇਟਲੀ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿਆਂਗੇ ਇਸ ਗੱਲ ਦੀ। ਸੋਈ ਸਾਹਿਬ, ਮੈਂ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਸੋਈ ਸਾਹਿਬ, ਕਾਫੀ ਦੇਰ ਦੇ ਤੁਸੀਂ ਇੰਤਜ਼ਾਰ ਕਰ ਰਹੇ ਸੀ। ਜਿਹੜੀ ਗੱਲ ਕਹੀ ਹੈ ਚਾਂਦੀ ਜੀ ਨੇ, ਉਹਨਾਂ ਨੇ ਕਿਹਾ ਕਿ 2007 ਤੋਂ ਲੈ ਕੇ ਤਿਆਰ ਰਹੋ, ਜਿਹੜੇ ਵੀ ਮੰਤਰੀਆਂ ਨੇ ਜਾਂ ਸੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਜਿਨ੍ਹਾਂ ਦੇ ਐਲੀਗੇਸ਼ਨ ਲੱਗੇ, ਸਾਰਿਆਂ ਦੇ ਖਿਲਾਫ ਕਾਰਵਾਈ ਹੋਏਗੀ। ਮੈਂ ਇਸ ਕਰਕੇ ਸਵਾਲ ਨੂੰ ਵੀ ਜੋੜ ਰਿਹਾ ਤੁਹਾਡੇ ਨਾਲ ਕਿਉਂਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੀ 10 ਸਾਲ ਸੱਤਾ ਦੇ 'ਚ ਰਹੀ ਹੈ। ਹੁਣ ਉਹਨਾਂ ਨੇ ਇੱਕ ਕੈਬਨਿਟ ਮੰਤਰੀ ਨੂੰ ਹੱਥ ਪਾਇਆ, ਉਹ ਕਹਿੰਦੇ ਗੱਲ ਇੱਥੇ ਨਹੀਂ ਰੁਕੇਗੀ। ਸੋਈ ਸਾਹਿਬ, ਦੇਖੋ ਸਿੱਧੂ ਸਾਹਿਬ ਬਿਲਕੁਲ ਵੈਲਕਮ ਨੇ, ਜੇ ਇਹਨਾਂ ਨੂੰ ਕੋਈ ਸਬੂਤ ਮਿਲਦੇ ਨੇ ਤੇ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਅਸੀਂ ਵੈਲਕਮ ਕਰਾਂਗੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਫੁੱਟ ਐਂਡ ਮਾਊਥ ਡਿਸੀਜ਼ ਹੈਗੀ ਹੈ। ਇਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਐਲੀਗੇਸ਼ਨ ਲਾਏ, ਫਿਰ ਲੁਧਿਆਣੇ ਆ ਕੇ ਇਹਨਾਂ ਨੇ ਮਾਫੀ ਮੰਗੀ। ਇਹਨਾਂ ਨੇ ਅਰੁਣ ਜੇਤਲੀ ਹੋਣਾ ਤੇ ਐਲੀਗੇਸ਼ਨ ਲਾਏ, ਫਿਰ ਮਾਫੀ ਮੰਗੀ। ਇਹਨਾਂ ਨੇ ਨਿਤਿਨ ਗਡਕਰੀ ਹੋਣਾ ਤੇ ਐਲੀਗੇਸ਼ਨ ਲਾਏ, ਕਚਹਿਰੀਆਂ 'ਚ ਜਾ ਕੇ ਮਾਫੀਆਂ ਮੰਗੀਆਂ ਇਹਨਾਂ ਨੇ। ਦੇਖੋ, ਜਿਹੜੇ ਕੋਈ ਤੁਹਾਡੇ ਕੋਲ ਪ੍ਰੂਫ ਹੈਗੇ ਨੇ, ਵੈਲਿਡ ਡਾਕੂਮੈਂਟਸ ਨੇ, ਤੁਹਾਡੀ ਸਰਕਾਰ ਹੈ, ਹੁਣ ਤੁਹਾਡੇ ਕੋਲ ਵਿਜੀਲੈਂਸ, ਤੁਹਾਡੇ ਕੋਲ ਮਹਿਕਮੇ, ਤੁਹਾਡੇ ਕੋਲ ਫਾਈਲਾਂ, ਤੁਹਾਡੇ ਕੋਲ ਜੋ ਤੁਹਾਨੂੰ ਕਿਸੇ ਦੇ ਖਿਲਾਫ ਕੁਝ ਲੱਭਦਾ ਕਰਪਸ਼ਨ ਦਾ, ਉਹਦੇ ਖਿਲਾਫ ਪੂਰਾ ਭਰਪੂਰ ਐਕਸ਼ਨ ਲਵੋ। ਬੀਜੇਪੀ ਸਮਰਥਨ ਕਰੇਗੀ,
ਲੇਕਿਨ ਕੋਈ ਏਦਾਂ ਦਾ ਵਿੰਡਿਕਟਿਵਨੈਸ ਨਾ ਕਰ ਦਿਓ ਕਿ ਬਾਅਦ ਚ ਤੁਹਾਨੂੰ ਜਿੱਦਾਂ ਤੁਹਾਡਾ ਮੂੰਹ ਖੋਰੂ ਡਿਸੀਜ਼ ਤੁਹਾਨੂੰ ਹੋਈ ਕਿਤੇ ਉਹ ਉਜਾਗਰ ਨਾ ਹੋ ਕੇ ਆ ਜਾਵੇ। ਜਿੱਦਾਂ ਪੰਜਾਬ ਦੇ ਲੋਕਾਂ ਨੇ ਪਿਛਲੇ 90 ਦਿਨਾਂ 'ਚ ਹਾਹਾਕਾਰ ਮਚੀ ਹੋਈ ਹੈ, ਤਰਾਹੀਮਾਮ ਕਰਦੇ ਪਏ ਨੇ। ਇਹਨਾਂ ਨੇ ਗਵਰਨੈਂਸ ਛੱਡ ਕੇ ਤੇ ਪੋਲੀਟੀਕਲ ਟੂਰਿਜ਼ਮ ਕਰ ਰਹੇ ਸੀਗੇ ਗੁਜਰਾਤ 'ਚ ਤੇ ਹਿਮਾਚਲ ਦੇ ਵਿੱਚ। ਇਹਨਾਂ ਨੇ ਜਦੋਂ ਪੋਲੀਟੀਕਲ ਟੂਰਿਜ਼ਮ ਜਾ ਕੇ ਇਹਨਾਂ ਰੈਲੀਆਂ ਕੀਤੀਆਂ ਹਿਮਾਚਲ 'ਚ, ਤੇ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਉਹਨਾਂ ਨੇ ਕਹਿਤਾ, देखो भगवंत मान ने 14 दिनों में करप्शन खत्म कर दिया। ਤੇ ਇਹਨਾਂ ਦੇ ਹੀ ਮੰਤਰੀ ਜਿਹੜੇ ਸੋਈ ਸਾਹਿਬ ਉਹਨਾਂ ਨੇ ਮੰਤਰੀ ਨੂੰ ਹੱਥ ਦਾ ਪਾ ਲਿਆ ਨਾ ਜੀ। ਸੋਈ ਸਾਹਿਬ ਮੰਤਰੀ ਨੂੰ ਹੱਥ ਦਾ ਪਾ ਲਿਆ, ਉਹ ਜਿਹੜੀ ਗੱਲ ਕਹਿ ਰਹੇ ਆ। ਮੈਂ ਗੱਲ ਉਹਦੇ ਵੀ ਤੁਹਾਨੂੰ ਉਹੀ ਗੱਲ ਦੱਸਦਾ। ਭਗਵੰਤ ਮਾਨ ਉਹਨਾਂ ਨੇ ਆਪਣੀ ਜਿਹੜੀ ਵੀਡੀਓ ਰਿਲੀਜ਼ ਕੀਤੀ ਉਹਦੇ 'ਚ ਇਹਨਾਂ ਨੇ ਕਿਹਾ ਕਿ 1% ਜਿਹੜਾ ਰਿਸ਼ਵਤ ਮੰਗ ਰਹੇ ਸੀਗੇ। ਜਦੋਂ FIR ਦਰਜ ਹੋਈ, FIR ਤੇ 2% ਰਿਸ਼ਵਤ ਦਾ ਮਾਮਲਾ ਆ ਗਿਆ। ਹੁਣ ਦੱਸੋ ਕਿ ਰਿਸ਼ਵਤ 1% ਲਈ ਗਈ ਸੀ ਕਿ 2% ਲਈ ਗਈ ਸੀ? ਉਹ ਵੀ ਇਹਨਾਂ ਨੂੰ ਜਵਾਬ ਦੇਣਾ ਪੈਣਾ। ਦੇਖੋ ਕੋਈ ਚੀਫ ਮਿਨਿਸਟਰ ਗੱਲ ਕਹਿ ਰਿਹਾ ਹੈ ਤੇ ਆਪਣੀ ਵੀਡੀਓ ਰਿਲੀਜ਼ ਕਰ ਰਿਹਾ ਤੇ ਉਹਦੇ ਪਿੱਛੇ ਆਥੈਂਟੀਕੇਸ਼ਨ ਹੋਣੀ ਚਾਹੀਦੀ ਹੈ। ਸਿੱਧੂ ਸਾਹਿਬ, ਮੈਂ ਜਿਹੜੀ ਕਰਪਸ਼ਨ ਦੇ ਅਗੇਂਸਟ ਬੀਜੇਪੀ ਨੇ ਹਮੇਸ਼ਾ ਹੀ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੋਈ ਹੈ ਤੇ ਅਸੀਂ ਸੇਮ ਜ਼ੀਰੋ ਟੋਲਰੈਂਸ ਪਾਲਿਸੀ ਪੰਜਾਬ ਸਰਕਾਰ ਕੋਲੋਂ ਐਕਸਪੈਕਟ ਕਰਦੇ ਆ। ਆ 92 MLA ਲੈ ਕੇ ਸਰਕਾਰ ਬਣੀ ਹੈ, ਲੇਕਿਨ ਸਿੱਧੂ ਸਾਹਿਬ ਤੁਹਾਨੂੰ ਆ ਵੀ ਰੱਖਣਾ ਪਊਗਾ ਕਿ ਇਹਨਾਂ ਦੇ 92 MLA ਚੋਂ 53 MLA ਦੇ ਖਿਲਾਫ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਜੀ। ਹੁਣ ਦੇਖੋ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਰਜਿਸਟਰਡ ਨੇ ਤੇ ਸਾਨੂੰ ਕਈ ਜਗ੍ਹਾ ਤੋਂ ਕਈ ਸ਼ਹਿਰਾਂ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਗਈ ਕਿ ਜਿਹੜਾ ਪੁਰਾਣੇ MLA ਕਰਦੇ ਸੀਗੇ ਉਹ ਨਵੇਂ MLA ਨੇ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਨਾਂ ਦੇ ਵਿੱਚੋਂ ਮੈਜੋਰਿਟੀ ਆਫ MLA ਜਿਹੜੇ ਨੇ ਉਹ ਉਹਨਾਂ ਨੇ ਇੰਪੋਰਟ ਕਾਂਗਰਸ ਤੋਂ, ਇਹਨਾਂ ਨੇ ਕਾਂਗਰਸ ਤੋਂ ਇੰਪੋਰਟ ਕੀਤੇ ਹੋਏ ਸੀਗੇ ਉਹ MLA। ਇਸ ਮੁੱਦੇ ਤੇ ਜਿੱਦਾਂ ਕਾਂਗਰਸੀ ਸੋਈ ਸਾਹਿਬ ਇਸ ਮੁੱਦੇ ਤੇ ਮੈਂ ਆਨਾ, ਪਰ ਇੱਕ ਸਵਾਲ ਮੈਂ ਸੋਈ ਸਾਹਿਬ ਤੁਹਾਡੇ ਤੋਂ ਵੀ ਲੈਣਾ ਚਾਹੁੰਦਾ ਹੈ। ਜੋ ਗੱਲ ਬਾਲੀ ਜੀ ਨੇ ਕਹੀ ਹੈ ਕਿ ਜੇ ਕੈਪਟਨ ਅਮਰਿੰਦਰ ਵੀ ਜਿਹੜਾ ਹੈਗਾ ਕਲੀਨ ਚਿੱਟ ਦੇਣ ਦੇ 'ਚ ਜ਼ਿੰਮੇਵਾਰ ਹੈ ਤਾਂ ਕੈਪਟਨ ਅਮਰਿੰਦਰ ਦੇ, ਕਿਉਂਕਿ ਕੈਪਟਨ ਅਮਰਿੰਦਰ ਨੇ ਭਾਜਪਾ ਨਾਲ ਹੱਥ ਮਿਲਾਇਆ, ਇਸ ਕਰਕੇ ਮੈਂ ਸਵਾਲ ਪੁੱਛ ਰਿਹਾ ਸੋਈ ਸਾਹਿਬ। ਕੱਲ ਨੂੰ ਕੈਪਟਨ ਅਮਰਿੰਦਰ ਤੇ ਵੀ ਸੂਈ ਘੁੰਮ ਸਕਦੀ ਹੈ, ਕਿਉਂਕਿ ਜੇ ਉਹਦੇ ਮੰਤਰੀ ਇੰਨੇ ਭ੍ਰਿਸ਼ਟਾਚਾਰ ਲਿਪਤ 'ਚ ਹੈ ਤਾਂ ਜਿਹੜਾ ਉੱਪਰ ਮੁੱਖ ਮੰਤਰੀ ਬੈਠਾ ਸੀ ਸਵਾਲ ਤਾਂ ਉਹ ਤੋਂ ਵੀ ਪੁੱਛੇ ਜਾ ਸਕਦੇ ਹੈ। ਨਹੀਂ, ਅਸੀਂ ਤੁਹਾਨੂੰ ਕਿਹੜਾ ਮਨਾ ਕਰ ਰਹੇ ਹਾਂ ਜੀ। ਜਿਹਨੂੰ ਤੁਸੀਂ ਜੋ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਕੋਈ ਵੀ ਬੀਜੇਪੀ ਦਾ ਕੋਈ ਲੀਡਰ ਹੋਵੇ, ਕੋਈ ਵੀ ਹੋਵੇ, ਜੇ ਤੁਹਾਨੂੰ ਕਿਸੇ ਦੇ ਖਿਲਾਫ ਕਰਪਸ਼ਨ 'ਚ ਮੋਦੀ ਸਰਕਾਰ ਦੀ, ਬੀਜੇਪੀ ਦੀ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਰਪਸ਼ਨ ਦੇ ਖਿਲਾਫ। ਕੋਈ ਵੀ ਬੰਦਾ ਕਰਪਸ਼ਨ ਦੇ ਵਿੱਚ ਸਲੰਕਿਤ ਪਾਇਆ ਗਿਆ ਤੇ ਅਸੀਂ ਆਪ ਉਹਦੇ ਨਾਲ ਨਾਤਾ ਤੋੜਨ ਤੋਂ ਗੁਰੇਜ਼ ਨਹੀਂ ਕਰਾਂਗੇ। ਇਸ ਕਰਕੇ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤੇ ਬਿਲਕੁਲ ਮੂਵ ਅਹੈਡ, ਗੋ ਅਹੈਡ, ਉਹਨਾਂ ਨੂੰ ਫੜੋ, ਜਾ ਕੇ ਰੱਖੋ, ਲੇਕਿਨ ਆਪਣੇ ਪੀੜੀ ਥੱਲੇ ਸੋਟਾ ਮਾਰ ਲਓ ਕਿ ਤੁਹਾਡੇ 90 ਦਿਨਾਂ 'ਚ ਕਿੰਨੀ ਕਰਪਸ਼ਨ ਹੋ ਰਹੀ ਹੈ। ਆਪਾਂ ਜਵਾਬ ਲੈਣੇ ਕਰੋੜ ਰੁਪਏ ਦੀ ਅਜੇ ਤੱਕ ਲੋਕੀ ਜਿਹੜਾ ਬਾਹਰ ਜਾ ਚੁੱਕਾ ਹੈ। ਕੋਈ ਭੁੱਲਰ ਸਾਹਿਬ ਜੇ ਗੱਲ ਕਹਿ ਰਿਹਾ ਤੇ ਉਹਦੇ ਤੇ ਬਜਟ ਤੇ ਕੋਈ ਗੱਲ 'ਚ ਹੋਣਾ ਹੀ ਹੈ ਨਾ ਜੀ। ਇਸ ਕਰਕੇ ਜਵਾਬ ਲੈ ਲਈਏ ਕਿ ਜਿਹੜੀ ਇਹਨਾਂ ਨੇ ਕਹਿੰਦੇ ਜੀ ਕੋਠੀ ਨੰਬਰ 3 'ਚ ਪੰਜਾਬ ਭਵਨ ਦੇ ਇੰਨੇ ਨੰਬਰ ਕਮਰੇ ਦੇ ਵਿੱਚ ਡੀਲਾਂ ਹੁੰਦੀਆਂ ਨੇ, ਪੈਸੇ ਦਾ ਲੈਣ ਦੇਣ ਹੁੰਦਾ, ਉਹ ਪੈਸਾ ਸਾਰਾ ਜਾ ਕੇ ਦਿੱਲੀ ਜਾ ਰਿਹਾ ਹੈਗਾ। ਇਹ ਮਾਫੀਆਜ਼ ਨਾਲ ਮੀਟਿੰਗ ਹੋਈ, ਤੁਹਾਡੀ ਗੱਲ ਆ ਗਈ ਸਰ, ਤੁਹਾਡੀ ਗੱਲ ਆ ਗਈ ਸੋਈ ਸਾਹਿਬ ਤੁਹਾਡਾ ਵੀ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਦਿੱਤੇ ਗਏ ਨੇ ਜੇ ਪੰਜਾਬ 'ਚ ਵੀ ਇਹਨਾਂ ਨੇ ਸ਼ਰਾਬ ਦੀ ਰਾਜਧਾਨੀ ਆਪਾਂ ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਚਾਂਦੀ ਜੀ ਜਿਸ ਮੁੱਦੇ ਤੇ ਗੱਲ ਕਰ ਰਹੇ ਹੈ, ਇਸ ਤੇ ਭਾਜਪਾ ਦਾ ਵੀ ਕਹਿਣਾ ਹੈ, ਦੂਜੇ ਆਗੂਆਂ ਦਾ ਵੀ ਕਹਿਣਾ ਕਿ ਤੁਸੀਂ ਆਪਣੀ ਪੀੜ੍ਹੀ ਹੇਠਾਂ ਵੀ ਸੁੱਟਾ ਫੇਰੋ। ਕਿੰਨੇ ਤੁਹਾਡੇ ਵਿਧਾਇਕ ਆ ਜਿਨ੍ਹਾਂ ਦੇ ਖਿਲਾਫ ਜਿਹੜੇ ਕਰਪਸ਼ਨ ਦੇ ਇਦਾਂ ਦੇ ਦੋਸ਼ ਹੈ, ਪਿਛਲੇ 3 ਮਹੀਨਿਆਂ ਦੇ ਵਿੱਚ ਜੋ ਕੁਝ ਪੰਜਾਬ ਦੇ ਅੰਦਰ ਵਾਪਰ ਰਿਹਾ ਉਹਦੇ ਲਈ ਵੀ ਜਿਹੜੀ ਕਿ ਕਿਸੇ ਨਾ ਕਿਸੇ ਪੱਧਰ ਤੇ ਜਵਾਬਦੇਹੀ ਤਾਂ ਬਣਦੀ ਹੈ ਕਿ ਇਹਨਾਂ 3 ਮਹੀਨਿਆਂ ਤੁਸੀਂ ਕਿਹੋ ਜਿਹੀ ਪਰਫਾਰਮੈਂਸ ਦਿੱਤੀ। ਭ੍ਰਿਸ਼ਟਾਚਾਰ ਦੀਆਂ ਗੱਲਾਂ ਦੂਜੇ ਸੂਬਿਆਂ ਜਾ ਕੇ ਕਰਦੇ ਹੋ, ਪਰ ਪੰਜਾਬ 'ਚ ਕੀ ਹੋ ਰਿਹਾ ਜੀ? ਚਾਂਦੀ ਜੀ ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸੂਹੀ ਸਾਹਿਬ ਹੀ ਕਹਿੰਦੇ ਨੇ ਕਿ ਇੱਕ ਕੋਠੀ ਨੰਬਰ ਦੱਸਦੇ ਆ, 3 ਨੰਬਰ ਕੋਠੀ ਆ ਕਮਰਾ ਜੀ। ਜਦ ਇਹਨਾਂ ਨੂੰ ਇੱਥੋਂ ਤੱਕ ਪਤਾ ਹੈ ਕਿ ਉੱਥੇ ਡੀਲਾਂ ਹੁੰਦੀਆਂ ਨੇ, ਉੱਥੇ ਪੈਸਾ ਉੱਥੇ ਹੋ ਕੇ ਦਿੱਲੀ ਜਾਂਦਾ ਹੈ, ਜਦ ਇੰਨੀ ਨੇੜਤਾ ਨਾਲ ਰਹਿ ਕੇ ਇਹ ਜਾਣਕਾਰੀ ਰੱਖ ਸਕਦੇ ਨੇ ਤਾਂ ਇਹ ਸਬੂਤ ਰੱਖਣ ਪੰਜਾਬ ਦੇ ਸਾਹਮਣੇ। ਹੋਰ ਇਦੋਂ ਵੱਧ ਇਹਨਾਂ ਵਾਸਤੇ ਕੀ ਹੋਊਗਾ? ਕਹਿਣ ਨਾਲ ਨਹੀਂ ਨਾ ਕੁਝ ਹੋਣਾ। ਸਬੂਤ ਕੈਪਟਨ ਚਾਂਦੀ ਜੀ ਕੈਪਟਨ ਕਹਿ ਤਾਂ ਰਹੇ ਆ ਕਿ ਸਬੂਤ ਮੇਰੇ ਕੋਲ ਹੈਗੇ ਆ। ਤੇ ਸਬੂਤ ਮਾਨ ਸਾਹਿਬ ਨੂੰ ਦੇਣ ਜੀ। ਪੁਲਿਸ ਸਾਹਿਬ ਆ ਰਹੇ ਚਾਂਦੀ ਜੀ ਸਭ ਕੁਝ ਮਾਨ ਸਾਹਿਬ ਨੂੰ ਸਬੂਤ ਇਹ ਪਹੁੰਚਦੇ ਕਰਨ ਕਾਰਵਾਈ ਹੋਊਗੀ। ਮੈਂ ਬਾਰ-ਬਾਰ ਡਿਬੇਟ 'ਚ ਕਹਿਣਾ ਹੁੰਦਾ ਕਿ 92 ਮੁੱਖ ਮੰਤਰੀ ਸਾਹਿਬ ਨੂੰ ਛੱਡ ਕੇ 91 MLA ਨੇ
ਕਿਸੇ ਵੀ ਐਮਐਲਏ ਦੇ ਖਿਲਾਫ ਪੰਜਾਬ ਦੇ ਕਿਸੇ ਵੀ ਵਿਅਕਤੀ ਕੋਲ ਕੋਈ ਵੀ ਪ੍ਰੂਫ ਹੈ ਕਿ ਕਰਪਸ਼ਨ ਕਰਦਾ, ਉਹ ਪੰਜਾਬ ਸਰਕਾਰ ਨੂੰ ਪਹੁੰਚਦਾ ਕਰੇ, ਨਾਲ ਦੀ ਨਾਲ ਕਾਰਵਾਈ ਹੋਊਗੀ। ਬਿਲਕੁਲ ਅਜੇ ਠੀਕ। ਕੁਲਦੀਪ ਆਪਣੇ ਮੰਤਰੀ ਆਪਣੇ ਮੰਤਰੀ ਉੱਤੇ ਕਾਰਵਾਈ ਕਰਕੇ ਇਸ ਤੋਂ ਵੱਧ ਸਬੂਤ ਨਹੀਂ ਦੇ ਸਕਦੀ ਆਮ ਆਦਮੀ ਪਾਰਟੀ। ਤੁਸੀਂ ਮੈਨੂੰ ਸੋਈ ਸਾਹਿਬ ਆਪਾਂ ਭੁੱਲਰ ਸਾਹਿਬ ਤੋਂ ਜਵਾਬ ਲੈ ਲਈਏ। ਤੁਸੀਂ ਮੈਨੂੰ ਇੱਕੋ ਹੀ ਜਵਾਬ ਦੇ ਦਿਓ। ਬੀਜੇਪੀ ਆਪਣੇ ਸੋਈ ਸਾਹਿਬ ਇੱਕੋ ਹੀ 2014 ਚ ਜਦੋਂ ਤੁਸੀਂ ਸਰਕਾਰ ਬਣਾਉਂਦੇ ਹੋ, ਉਸ ਤੋਂ ਪਹਿਲਾਂ ਤੁਸੀਂ ਬਾਬਾ ਰਾਮਦੇਵ ਜੀ ਨੂੰ ਛੱਡਿਆ ਕਿ ਕਾਲਾ ਧਨ ਲੈ ਕੇ ਆਵਾਂਗੇ। ਤੁਸੀਂ ਮੈਨੂੰ ਇੱਕੋ ਹੀ ਉਸੇ ਦਾ ਜਵਾਬ ਦੇ ਦਿਓ ਕਿ ਕਾਲਾ ਧਨ ਲਈ ਤੁਸੀਂ ਕੀ ਕੀਤਾ? ਮੋਦੀ ਸਾਹਿਬ ਨੇ, ਭਾਜਪਾ ਨੇ ਕੀ ਕੀਤਾ ਹੁਣ ਤੱਕ ਕਾਲੇ ਧਨ ਵਾਸਤੇ? ਤੁਹਾਡਾ ਵਿਊ ਪੁਆਇੰਟ ਆ ਗਿਆ। ਕੇਜਰੀਵਾਲ ਜੀ ਨੇ, ਪਰ ਸਾਡੇ ਡਿਪਟੀ ਮੁੱਖ ਮੰਤਰੀ ਸਾਹਿਬ ਨੇ ਕੱਲ ਪੀਸੀ ਕੀਤੀ ਹੈ। ਆ ਜੋ ਐਲੀਗੇਸ਼ਨ ਲਾਏ ਨੇ ਤੁਹਾਡੇ ਭਾਜਪਾ ਦੇ ਲੀਡਰਾਂ ਤੇ, ਤੁਸੀਂ ਉਹਨਾਂ ਦਾ ਜਵਾਬ ਦੇ ਦਿਓ। ਜੀ ਆਪਾਂ ਜਵਾਬ ਲੈਣੇ ਆ। ਭੁੱਲਰ ਸਾਹਿਬ ਤੁਸੀਂ ਇਸ ਮੁੱਦੇ ਤੇ ਆਪਣਾ ਜਵਾਬ ਦੇਣਾ ਚਾਹੁੰਦੇ ਸੀ? ਜੀ ਭੁੱਲਰ ਸਾਹਿਬ। ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਆ ਇਹਨਾਂ ਦੇ ਮੰਤਰੀਆਂ ਦੀ, ਤੇ ਇਹ ਤੱਤੇ ਹੋ ਜਾਂਦੇ ਬਿਲਕੁਲ, ਚਾਹੇ ਉਹ ਕੇਜਰੀਵਾਲ ਹੈ, ਚਾਹੇ ਇਹਨਾਂ ਦੇ ਭਗਵੰਤ ਮਾਨ ਹੋਣ, ਚਾਹੇ ਇਹਨਾਂ ਦੇ ਪ੍ਰਵਕਤਾ ਕੋਈ ਵੀ ਆ ਜਾਣ, ਉਹਨਾਂ ਨੂੰ ਨਾਲ ਦੀ ਨਾਲ ਹੀ ਪਤਾ ਨਹੀਂ ਕੀ ਮਿਰਚਾਂ ਲੜ ਜਾਂਦੀਆਂ। ਅਗਰ ਤੁਹਾਡਾ ਇੱਕ ਮੰਤਰੀ ਉੱਥੇ ਅੰਦਰ ਕੀਤਾ ਗਿਆ, ਈਡੀ ਨੇ ਚੱਕਿਆ ਹੈ, ਤੇ ਤੁਹਾਡੇ ਮੁੱਖ ਮੰਤਰੀ ਨੂੰ, ਤੁਹਾਡੇ ਕਨਵੀਨਰ ਨੂੰ ਪ੍ਰੈਸ ਦੇ ਵਿੱਚ ਆ ਕੇ ਉਹਨੂੰ ਕਲੀਨ ਚਿੱਟ ਦੇਣ ਦਾ ਕੀ ਮਤਲਬ ਸੀ? ਤੁਸੀਂ ਵੇਟ ਕਰ ਲੈਂਦੇ, ਜੁਡੀਸ਼ਰੀ ਹੈਗੀ ਹੈ, ਤੁਸੀਂ ਉੱਥੇ ਕਲੀਨ ਚਿੱਟ ਲੈਂਦੇ। ਤੁਸੀਂ, ਤੁਹਾਡਾ ਮੁੱਖ ਮੰਤਰੀ ਆ ਕੇ ਕਿਉਂ ਕਲੀਨ ਚਿੱਟ ਦੇਵੇ? ਜੀ। ਔਰ ਦੂਸਰੇ ਤਾਂ ਤੁਸੀਂ ਕਹਿੰਦੇ ਵੀ ਦਾਗੀ ਹੈ, ਤੇ ਤੁਹਾਡੇ ਸਾਰੇ ਕਲੀਨ ਨੇ। ਭੁੱਲਰ ਸਾਹਿਬ ਇੱਕ ਮਿੰਟ, ਇੱਕ ਅਪਡੇਟ ਹੈਗੀ ਹੈ ਕਿ ਈਡੀ ਨੇ 2.85 ਕਰੋੜ ਕੈਸ਼ ਇਹ ਉਹਦਾ ਸਤਿੰਦਰ ਜੈਨ ਰਿਕਵਰ ਕੀਤਾ ਹੈ। ਮੈਂ ਉੱਥੇ ਉਸੇ ਯਾਦ ਲੈ ਆ ਰਿਹਾ ਸੀਗਾ ਸੋਹੀ ਸਾਹਿਬ। ਜਿਹੜੀ ਹੁਣ ਆ ਰਹੀ ਹੈ ਸੋਹੀ ਸਾਹਿਬ, ਮੈਂ ਉੱਥੇ ਹੀ ਆ ਰਿਹਾ ਸੀ। ਆਪਾਂ ਜਵਾਬ ਲੈ ਲਾਂਗੇ। ਚਾਂਦੀ ਜੀ ਇੱਥੇ ਬੈਠੇ ਹੋਏ, ਆਪਣੀ ਗੱਲ ਚਾਂਦੀ ਜੀ ਇੱਥੇ ਬੈਠੇ ਹੋਏ ਆਪਣੇ ਕੋਲੇ ਉਹਨਾਂ ਨੂੰ ਕਲੀਨ ਚਿੱਟ ਦੇਈ ਜਾਂਦੇ ਸੀ। ਮੈਂ ਇਹੀ ਗੱਲ ਕਹਿਣ ਲੱਗਾ ਸੀ ਵੀ 2 ਕਰੋੜ ਤੋਂ ਉੱਪਰ ਤਾਂ ਉਹਨਾਂ ਨੇ ਘਰੋਂ ਰਿਕਵਰ ਕੀਤਾ ਈਡੀ ਨੇ। 3 ਕਰੋੜ ਤੁਸੀਂ ਵੀ ਕਲੀਨ ਚਿੱਟ ਦੇਈ ਜਾਂਦੇ ਹੋ, ਤੁਹਾਡੇ ਮੁੱਖ ਮੰਤਰੀ ਵੀ ਕਲੀਨ ਚਿੱਟ ਦੇਈ ਜਾਂਦੇ ਨੇ। ਲੇਕਿਨ ਜਦੋਂ ਦੂਸਰੇ ਦੀ ਗੱਲ ਆਉਂਦੀ ਹੈ, ਉਦੋਂ ਕਹਿੰਦੇ ਜੁਡੀਸ਼ਰੀ ਦੇਖੂਗੀ, ਜੁਡੀਸ਼ਰੀ ਫੈਸਲਾ ਕਰੂਗੀ। ਤੇ ਦੂਸਰਾ ਵਾਸਤੇ ਵੀ ਰੱਖੋ ਨਾ, ਆਪਣੇ ਵਾਸਤੇ ਵੀ ਰੱਖੋ। ਉਹੀ ਗੱਲ, ਉਹੀ ਮਾਪਦੰਡ ਆਪਣੇ ਵਾਸਤੇ ਰੱਖੋ। ਆਪਣੀ ਵਾਰੀ ਤੁਸੀਂ ਕਹਿੰਦੇ ਨਹੀਂ ਜੀ ਸਾਡਾ ਬੰਦਾ ਕਲੀਨ ਚਿੱਟ ਹੈ ਸਾਡੀ। ਥੈਂਕ ਯੂ ਵੈਰੀ ਮਚ। ਸੋਈ ਸਾਹਿਬ ਤੁਸੀਂ ਦੱਸ ਰਹੇ ਕਿ ਦੋ ਫਿਗਰ ਜਿਹੜੀਆਂ ਹੈਗੀਆਂ। ਮੈਂ ਦੱਸ ਰਿਹਾ ਸੀਗਾ ਕਿ 3 ਕਰੋੜ ਕੈਸ਼ ਉਹਨਾਂ ਦੇ ਘਰੋਂ ਈਡੀ ਨੂੰ ਮਿਲਿਆ ਜੇ 2.85 ਕਰੋੜ, ਮਤਲਬ ਕਿ 2 ਕਰੋੜ ਤੇ 85 ਲੱਖ ਰੁਪਈਆ। 골ਡ ਦੇ ਕੋਇਨ ਮਿਲੇ ਜੇ, ਚਾਂਦੀ ਵੀ ਮਿਲੀ ਜੇ। ਚਾਂਦੀ ਜੀ ਉਹ ਤੁਹਾਨੂੰ ਬੜਾ ਕੁਝ ਮਿਲਿਆ ਜੇ। ਇਸ ਕਰਕੇ ਈਡੀ ਨੇ ਸਾਰੀ ਉਹ ਵੀਡੀਓਗ੍ਰਾਫੀ ਕੀਤੀ ਹੋਣੀ, ਸਾਰੇ ਇਕੱਠੇ ਕੀਤੇ ਹੋਣਗੇ। ਓਪਨ ਵੀਡੀਓਗ੍ਰਾਫੀ ਜਾਰੀ ਕਰਨ ਦੋ, ਵੀਡੀਓਗ੍ਰਾਫੀ ਜਾਰੀ ਕਰਨ ਦੋ, ਉਹ ਤੋਂ ਬਾਅਦ ਮੰਨਾਂਗੇ, ਅਸੈਪਟ ਕਰਕੇ ਜਾਵਾਂਗੇ ਕਿ ਸਾਡਾ ਮੰਤਰੀ ਕਰਪਟ ਹੈ। ਲੇਕਿਨ ਤੁਸੀਂ ਉਦੋਂ ਅਕਸੈਪਟ ਕਰੋਗੇ ਜਦੋਂ ਵੀਡੀਓਗ੍ਰਾਫੀ ਆਊਗੀ, ਤੇ ਦੂਜਿਆਂ ਨੂੰ ਤੁਸੀਂ ਬਗੈਰ ਕਹਿੰਦੇ ਕਰ ਦੋ, ਕੋਈ ਬਗੈਰ ਪ੍ਰੂਫ ਤਾਂ ਤੁਸੀਂ ਅੰਦਰ ਕਰ ਦੋ। ਮੈਂ ਸੋਈ ਸਾਹਿਬ ਕਿਤੇ ਇਨਵੈਸਟੀਗੇਸ਼ਨ ਪੇਸ਼ ਵੀ ਨਾ ਹੋਣ ਦਿਓ। ਦੇਖੋ ਕਿ ਜਿਹੜਾ ਦਿੱਲੀ ਦਾ ਮੰਤਰੀ ਆ, ਉਸਦੇ ਖਿਲਾਫ ਜਿਹੜੇ ਐਲੀਗੇਸ਼ਨ ਹੈ, ਪੈਸੇ ਫੜੇ ਗਏ, ਜੋ ਵੀ ਹੈ, ਇਨਕੁਆਇਰੀ ਹੈ। ਮੈਂ ਸਿੱਧੂ ਸਾਹਿਬ ਗਲਤ ਨਹੀਂ ਕਹਿ ਰਿਹਾ, ਮੈਂ ਗਲਤ ਨਹੀਂ ਕਹਿ ਰਿਹਾ। ਚੋਰ ਮਚਾਏ ਸ਼ੋਰ ਹੈ। ਚਲੋ ਆਪਾਂ ਜਵਾਬ ਲੈਣੇ ਆ। ਸੋਈ ਸਾਹਿਬ, ਇਹਦੇ ਨਾਲ ਇਹ ਗੱਲ ਤਾਂ ਨਹੀਂ ਸਾਬਤ ਹੋ ਜਾਂਦੀ ਨਾ, ਜੇ ਧਰਮਸੋਤ ਜਾਂ ਕੋਈ ਪੰਜਾਬ ਦੇ ਕਿਸੇ ਮੰਤਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ, ਤਾਂ ਦੂਜੇ ਮੰਤਰੀ ਕਿਸੇ ਨਾਲ ਤੁਲਨਾ ਕਰਕੇ ਇਹਦੀ ਜਸਟੀਫਿਕੇਸ਼ਨ ਤਾਂ ਨਹੀਂ ਨਾ ਹੋ ਜਾਂਦੀ? ਸੋਈ ਸਾਹਿਬ ਨਹੀਂ ਜੀ, ਨਹੀਂ, ਬਿਲਕੁਲ ਵੀ ਨਹੀਂ। ਜਿਹੜਾ ਕਰਪਟ ਹੈਗਾ, ਦੇਖੋ ਜਿਹੜੀ ਕਰਪਸ਼ਨ ਹੈ ਨਾ ਜੀ, 99.9% ਨਹੀਂ ਹੁੰਦੀ, ਓਨੈਸਟੀ 100% ਹੀ ਹੁੰਦੀ ਹੈ। ਕੋਈ ਬੰਦਾ ਆ ਨਹੀਂ ਕਹਿ ਸਕਦਾ ਮੈਂ 500 ਰੁਪਏ ਦਰਖਤ ਦੇ ਪਿੱਛੇ ਲਏ ਨੇ। ਉਹ ਇੱਥੇ ਵੱਡਾ ਇਹਨਾਂ ਨੇ ਜੰਗਲ ਹੀ ਵੇਚ ਦਿੱਤਾ ਜੀ। ਦੋ ਮੰਤਰੀਆਂ ਨੇ ਰਲ ਕੇ, ਸੰਗਤ ਸਿੰਘ ਗਿਲਜੀਆ ਨੇ ਵੀ, ਸਾਧੂ ਸਿੰਘ ਧਰਮਸੋਤ ਨੇ ਵੀ ਰਲ ਕੇ ਜੰਗਲ ਵੇਚਤਾ। ਹੁਣ ਜੇ ਜੰਗਲ ਵੇਚਤਾ ਤੇ ਉਹਦੀ ਅੱਗ ਤੇ ਤੁਹਾਨੂੰ ਭੁਗਤਣੀ ਪੈਣੀ ਹੈ। ਜਿਹੜੇ ਬਾਕੀ ਵੀ ਮੰਤਰੀ ਸੰਤਰੀ ਆ, ਸਾਡੇ ਕੋਲ ਵੀ ਲਿਸਟ ਹੈਗੀ ਕਾਂਗਰਸ ਦੇ ਬਾਕੀ ਮੰਤਰੀਆਂ ਦੀ ਜਿਨ੍ਹਾਂ ਨੇ ਬੜੀ ਕਰਪਸ਼ਨ ਕੀਤੀ ਹੈਗੀ ਆ, ਉਹਨਾਂ ਨੂੰ ਵੀ ਫੜੋ। ਉਹਦੇ ਵਾਸਤੇ ਜਿਹੜਾ ਸਹਿਯੋਗ ਤੁਹਾਡੇ ਕੋਲ ਚਾਹੀਦਾ, ਅਸੀਂ ਸਾਨੂੰ ਸਹਿਯੋਗ ਦੇਣ ਨੂੰ ਤਿਆਰ। ਮਿਹਰਬਾਨੀ। ਚਾਂਦੀ ਸਾਹਿਬ ਉਹ ਕਹਿੰਦੇ ਬਿਲਕੁਲ ਸਿੱਧੂ ਸਾਹਿਬ ਗੱਲ ਹੈ, ਮੈਂ ਵੀ ਉਸ ਦੀ ਹਮਾਇਤ ਕਰਦੀ ਹੈ। ਸਿੱਧੂ ਸਾਹਿਬ ਕਰੋਗੇ? ਜੀ ਭੁੱਲਰ ਸਾਹਿਬ। ਮੈਂ ਤੁਸੀਂ ਚਾਂਦੀ ਸਾਹਿਬ ਨੂੰ ਕੁਐਸਚਨ ਕਰਨ ਲੱਗੇ ਹੋ, ਮੈਂ ਇੱਕੋ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਦੋਹਰਾ ਮਾਪਦੰਡ ਨਾ ਰੱਖੋ। ਤੁਸੀਂ ਫੜੋ ਜਿਹਨਾਂ ਨੇ ਕਰਪਸ਼ਨ ਕੀਤੀ ਹੈ, ਲੇਕਿਨ ਜਦੋਂ ਤੁਹਾਡੇ ਫੜੇ ਜਾਂਦੇ ਆ ਉਹਨੂੰ ਕਲੀਨ ਚਿੱਟ ਨਾ ਦਿਓ। ਤੁਸੀਂ ਆਪਾਂ ਜਵਾਬ ਸਾਰੇ ਸਵਾਲ ਚਾਂਦੀ ਜੀ ਵਾਲਾ। ਚਾਂਦੀ ਜੀ। ਸਿੱਧੂ ਸਾਹਿਬ,
ਮੈਂ ਸੋਹੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਪਰਸੋਂ ਸਿੱਧਾ ਆਪਣੇ ਸਾਬਕਾ ਹੈਲਥ ਮਿਨਿਸਟਰ ਸਿੱਧੂ ਸਾਹਿਬ ਜੁਆਇਨ ਕੀਤੇ ਨੇ ਭਾਜਪਾ। ਉਹਨਾਂ ਦੀ ਸਰਕਾਰ ਵੇਲੇ ਵੀ ਐਲੀਗੇਸ਼ਨ ਲੱਗੇ, ਬਾਅਦ ਚ ਵੀ ਲੱਗਦੇ ਰਹੇ ਨੇ। ਇਹ ਉਹਨਾਂ ਦੇ ਹੀ ਸਬੂਤ ਦੇ ਦੇਣ। ਇਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਕਰਪਟ ਮੰਤਰੀ ਹੈ। ਕਿੰਨੇ ਐਲੀਗੇਸ਼ਨ ਲੱਗੇ ਨੇ ਸਿੱਧੂ ਸਾਹਿਬ ਤੇ। ਇਹਨਾਂ ਨੇ ਵੀ ਤਾਂ ਕਲੀਨ ਚਿੱਟ ਉਹਨਾਂ ਨੂੰ ਦਿੱਤੀ ਆ ਕਿ ਉਹ ਪਾਕ ਸਾਹਿਬ ਨੇ ਆ ਜਾਣ, ਨਹੀਂ ਫਿਰ ਇਹ ਕਹਿਣਗੇ ਅਸੀਂ ਕਰਪਟ, ਜਿੰਨੇ ਵੀ ਕਾਂਗਰਸ ਦੇ ਕਰਪਟ ਮੰਤਰੀ ਨੇ ਅਸੀਂ ਆਪਣੀ ਪਾਰਟੀ ਜੁਆਇਨ ਕਰਾਈ ਹੈ। ਕਿਉਂਕਿ ਸਿਰਫ ਵੋਟ ਬੈਂਕ ਦੀ ਸਿਆਸਤ ਹੋ ਰਹੀ ਹੈ, ਪੰਜਾਬ ਨੂੰ ਹੜੱਪਣ ਦੀ ਸਿਆਸਤ ਹੋ ਰਹੀ ਹੈ। ਅਸੀਂ ਉਹੀ ਕਹਿ ਰਹੇ ਚਾਹੁੰਦੇ ਜੀ ਕਿ ਵੋਟ ਬੈਂਕ ਦੀ ਸਿਆਸਤ ਹੋ ਰਹੀ ਹੈ, ਸੰਗਰੂਰ ਦੀ ਇਲੈਕਸ਼ਨ ਕਰਕੇ ਸਿਆਸਤ ਹੋ ਰਹੀ ਹੈ। ਮੈਂ ਤੁਹਾਡੇ ਵਿੱਚ ਬੋਲਿਆ ਨਹੀਂ। ਉਹ ਸਬਰ ਤਾਂ ਰੱਖ ਲਿਆ ਕਰੋ ਭਾਈ, ਸਬਰ ਰੱਖ ਲਿਆ ਕਰੋ। ਤੁਹਾਡੇ ਅੱਗੇ ਹੱਥ ਜੋੜੇ ਮਹਾਰਾਜ, ਬਾਅਦ ਚ ਬੋਲ ਲਿਆ ਕਰੋ। ਚਲੋ ਸੋਈ ਸਾਹਿਬ ਤੁਹਾਡੇ ਕਦੇ ਤਾਂ ਸਬਰ ਰੱਖੋ ਸੋਈ ਸਾਹਿਬ ਤੋਂ ਜਵਾਬ ਲੈ ਲਈਏ। ਜੀ ਚੰਦ ਸਾਹਿਬ ਤੁਹਾਡਾ ਵੀ ਪੁਆਇੰਟ ਆ ਗਿਆ। ਸੋਈ ਸਾਹਿਬ ਉਹ ਕਹਿ ਰਹੇ ਕਿ ਇਸ ਮੁੱਦੇ ਤੇ ਦੇਵੋਗੇ ਜਵਾਬ ਤੁਸੀਂ? ਸਿੱਧੂ ਸਾਹਿਬ ਦੇਖੋ, ਅਸੀਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿ ਰਹੇ ਆ ਕਿ ਸਰਕਾਰ ਤੁਹਾਡੀ ਹੈਲਥ ਮਹਿਕਮਾ ਮੁੱਖ ਮੰਤਰੀ ਸਾਹਿਬ ਦੇ ਕੋਲ ਜੇ ਕੋਈ ਐਕਸ ਮਿਨਿਸਟਰ ਜਾਂ ਕੋਈ ਉਸ ਤੋਂ ਵੀ ਪੁਰਾਣਾ ਐਕਸ ਮਿਨਿਸਟਰ 2007 ਵਾਲਾ 2002 ਵਾਲਾ ਕਿਸੇ ਦੇ ਖਿਲਾਫ ਕੋਈ ਨਿਕਲਦਾ ਤੇ ਆਪਣੇ ਆਪ ਉਹ ਐਕਸ਼ਨ ਲਵੋ। ਸਾਨੂੰ ਉਹਦੇ ਚ ਦੇਖੋ, ਵੀ ਆਰ ਓਪਨ ਟੂ ਇਟ। ਸਾਡੀ ਪਾਲਿਸੀ ਰਹੀ ਹੈ। ਨਹੀਂ ਸੋਈ ਸਾਹਿਬ, ਪਾਲਿਸੀ ਤਾਂ ਰਹੀ ਹੈ। ਸੋਈ ਸਾਹਿਬ ਜਿਹੜਾ ਚਾਂਦੀ ਜੀ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈ ਕਿ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਉਹਦੇ ਖਿਲਾਫ ਕਈ ਐਲੀਗੇਸ਼ਨ ਹੈ, ਉਹਦੇ ਭਰਾ ਦੇ ਖਿਲਾਫ ਕਈ ਐਲੀਗੇਸ਼ਨ ਹੈਗੇ ਹੈ। ਉਹਨਾਂ ਨੇ ਭਾਜਪਾ ਜੁਆਇਨ ਕਰ ਲਈ, ਵੀ ਕੀ ਹੁਣ ਦੁੱਧ ਧੋਤੇ ਹੋ ਗਏ ਭਾਜਪਾ ਜੁਆਇਨ ਕਰਨ ਵਾਲੇ? ਇਹ ਕਹਿ ਰਹੇ। ਮੈਂ ਤੁਹਾਨੂੰ ਕਦੋਂ ਕਹਿ ਰਿਹਾ ਜੀ ਦੁੱਧ ਧੋਤੇ ਹੋ ਗਏ? ਜੇ ਐਲੀਗੇਸ਼ਨ ਵਿਕਰਮ ਮਜੀਠੀਆ ਖਿਲਾਫ ਇਹਨਾਂ ਨੇ ਲਾਏ ਸੀਗੇ ਤੇ ਉਹ ਆ ਕੇ ਇਹਨਾਂ ਨੇ ਮਾਫੀ ਮੰਗੀ ਸੀ ਕਿ ਕਚਹਿਰੀ ਦੇ ਵਿੱਚ। ਹੁਣ ਜੇ ਇਹਨਾਂ ਨੇ ਐਲੀਗੇਸ਼ਨ ਬਲਬੀਰ ਸਿੱਧੂ ਉਹਨਾਂ ਦੇ ਖਿਲਾਫ ਲਾ ਰਹੇ ਨੇ, ਜੇ ਕੋਈ ਤੱਤ ਹੈਗਾ ਅੱਜ ਜਿਹੜੇ ਹੈਲਥ ਮਿਨਿਸਟਰ ਦਾ ਉਹ ਜਿਹੜਾ ਮਹਿਕਮਾ ਹੈ ਉਹ ਭਗਵੰਤ ਮਾਨ ਜੀ ਕੋ ਡਾਇਰੈਕਟਲੀ ਹੈਗਾ, ਉਹਨਾਂ ਕੋਲੋਂ ਇਨਕੁਆਇਰੀ ਕਰਾ ਲਓ। ਤੁਹਾਡੇ ਕੋਲ ਵਿਜੀਲੈਂਸ ਡਿਪਾਰਟਮੈਂਟ ਇਨਕੁਆਇਰੀ ਕਰਾ ਲਓ। ਜੇ ਕੋਈ ਸਬੂਤ ਹੈਗੇ ਆ ਤੇ ਉਹਨਾਂ ਨੂੰ ਐਕਸ਼ਨ ਲਵੋ। ਅਸੀਂ ਤੁਹਾਨੂੰ ਕੋਈ ਰੋਕ ਕੇ ਥੋੜੀ ਐਕਸ਼ਨ ਨਹੀਂ ਲੈਣਾ। ਜਾਂ ਤੁਸੀਂ ਸਾਡੇ ਕਹਿੰਦੇ ਬਿਲਕੁਲ ਰੁਕੋਗੇ, ਥੋੜੀ ਐਕਸ਼ਨ ਲਵੋ ਐਕਸ਼ਨ। ਆਪਾਂ ਬਾਲੀ ਸਾਹਿਬ ਤੋਂ ਵੀ ਜਵਾਬ ਲੈ ਲਈਏ। ਬਾਲੀ ਸਾਹਿਬ, ਜੋ ਸਾਰਾ ਜਿਹੜਾ ਜਿਸ ਮਾਮਲੇ ਤੇ ਜਿਵੇਂ ਦੇ ਸਾਰਾ ਇਕੱਠ ਪੰਜਾਬੀ 'ਚ ਇੱਕ ਬੜੀ ਪੁਰਾਣੀ ਕਹਾਵਤ ਆ ਸਾਧ ਦੀ ਪੂਰੀ ਤੇ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ, ਸਾਬਕਾ ਜਿਹੜੇ ਕਾਂਗਰਸ ਦੇ ਮੰਤਰੀ ਹੈ, ਕੁਝ ਸਾਬਕਾ ਮੰਤਰੀ ਤਾਂ ਪਹਿਲਾਂ ਹੀ ਆਪਣਾ ਸਫ਼ਰ ਤੈਅ ਕਰਕੇ ਭਾਜਪਾ ਜੁਆਇਨ ਕਰ ਗਏ ਹੈ। ਧਰਮਸੋਤ ਜਿਹੜਾ ਹੈਗਾ ਜੇਲ੍ਹ 'ਚ ਚਲਿਆ ਗਿਆ। ਹੋਰ ਵੀ ਉਹ ਕਹਿ ਰਹੇ ਆ ਚਾਂਦੀ ਜੀ ਕਿ ਅਗਲੇ ਦਿਨਾਂ 'ਚ ਹੋਰਾਂ ਮੰਤਰੀਆਂ ਤੇ ਵੀ ਇਨਕੁਆਇਰੀ ਹੋ ਸਕਦੀ ਹੈ। ਕਿਹੋ ਜਿਹਾ ਰਜੀਮ ਰਿਹਾ ਪਿਛਲੇ ਸਮੇਂ 'ਚ ਜੇ ਇਦਾਂ ਦੀਆਂ ਇਨਕੁਆਇਰੀਆਂ ਖੁੱਲ ਰਹੀਆਂ? ਬਾਲੀ ਸਾਹਿਬ ਸੋ ਅਸੀਂ ਤਾਂ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਹਾਂ ਜੀ। ਮੈਂ ਪਹਿਲੇ ਵੀ ਤੁਹਾਡੇ ਉਹਦੇ 'ਚ ਇਹ ਗੱਲ ਕਹੀ ਹੈ ਕਿ ਉਹ ਸਰਕਾਰ ਆਈ ਹੈ, ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਜਿਹੜੇ ਭ੍ਰਸ਼ਟਾਚਾਰ ਕਰਨਗੇ ਬੰਦੇ ਅਸੀਂ ਉਹਨੂੰ ਸਾਬਤ ਕਰਾਂਗੇ। ਅੱਜ ਉਹ ਅਗਰ ਕਿਸੇ ਨੂੰ ਫੜਦੇ ਨੇ ਜਾਂ ਕਿਸੇ ਨਾਲ ਕੋਈ ਗੱਲ ਕਰਦੇ ਨੇ ਜਾਂ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਫੜਦਾ ਜਾਂ ਵਿਜੀਲੈਂਸ ਫੜਦੀ ਹੈ, ਅਗਰ ਉਹ ਸਾਬਤ ਹੁੰਦੀ ਹੈ, ਅਗਰ ਉਹ ਦੋਸ਼ੀ ਹੈ ਤਾਂ ਜ਼ਰੂਰ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਕੋਈ ਵੀ ਬੰਦਾ ਹੋਵੇ, ਆਪਾਂ ਕਿਸੇ ਦਾ ਪਰਸਨਲ ਨਾਂ ਲੈ ਕੇ ਇਹ ਗੱਲ ਕਰੀਏ, ਚਾਹੇ ਕੋਈ ਮੁੱਖ ਮੰਤਰੀ ਪਿਛਲਾ ਹੋਵੇ ਤੇ ਚਾਹੇ ਕੋਈ ਪਿਛਲਾ ਮਿਨਿਸਟਰ ਹੋਵੇ ਤੇ ਚਾਹੇ ਕੋਈ ਬਿਜ਼ਨਸਮੈਨ ਹੋਵੇ। ਪਿੱਛੇ ਉਹਨਾਂ ਨੇ ਇਰੀਗੇਸ਼ਨ ਦੀ ਵੀ ਗੱਲ ਕੀਤੀ ਸੀ, ਅਸੀਂ 1000 ਕਰੋੜ ਰੁਪਏ ਦਾ ਉਹ ਵੀ ਕੱਢ ਰਹੇ ਹੈਗੇ, ਜੋ ਕਿ ਜਿਹੜੇ ਸਾਬਕਾ ਮੈਂ ਅੱਜ ਕਹਿ ਹੀ ਸਕਦਾ ਹੁਣ ਤੇ ਚਲੋ ਭਾਜਪਾ 'ਚ ਚਲੇ ਗਏ ਨੇ, ਉਹ ਕਲੀਨ ਚਿੱਟ ਦੇ ਗਏ ਸਨ ਔਰ ਉਹ ਜਿਹੜੀਆਂ ਫਾਈਲਾਂ ਬੰਦ ਕਰ ਗਏ ਸਨ ਉਹ ਕਿ ਨਹੀਂ ਜੀ ਇਹਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਮੈਨੂੰ ਇਹ ਲੱਗਦਾ ਕਿ ਆਉਣ ਵਾਲੀ ਆ ਜਿਹੜੀ ਸਰਕਾਰ ਹੈ, ਆਉਣ ਵਾਲੀ ਜਿਹੜੀ ਸਰਕਾਰ ਆ ਉਹਨੇ ਇਹਨਾਂ ਨੇ ਗੱਲ ਕੀ 1000 ਕਰੋੜ ਰੁਪਏ ਦਾ ਅਸੀਂ ਇਰੀਗੇਸ਼ਨ ਘੁਟਾਲਾ ਵੀ ਅਸੀਂ ਕੱਢਾਂਗੇ ਉਸ ਚੀਜ਼ ਦਾ। ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜੇ ਘੁਟਾਲੇ ਹੋਏ ਨੇ ਉਹ ਨਿਕਲਣੇ ਚਾਹੀਦੇ ਨੇ ਬਾਹਰ। ਉਹ ਚਾਹੇ ਹੁਣ ਇਹ ਥੋੜੀ ਵੀ ਅਮਰਿੰਦਰ ਸਿੰਘ ਜੀ ਇਹਨਾਂ ਦੀ ਗੋਦੀ 'ਚ ਜਾ ਬੈਠੇ ਨੇ ਤੇ ਉਹ ਪਾਕ ਹੋ ਗਏ ਨੇ ਤੇ ਉਹ ਹੁਣ ਪਵਿੱਤਰ ਹੋ ਗਏ ਨੇ, ਤੇ ਜਿਹੜੀ ਚੀਜ਼ ਬਾਹਰ ਆਣੀ ਹੈ ਉਹ ਆਣੀ ਚਾਹੀਦੀ ਹੈ ਬਾਹਰ। ਮਿਹਰਬਾਨੀ, ਤੁਹਾਡੀ ਗੱਲ ਆ ਗਈ। ਸੋ ਇਸ ਸੰਖੇਪ ਦੇ ਵਿੱਚ ਕੈਪਟਨ ਅਮਰਿੰਦਰ ਬਾਰੇ ਕਿਹਾ ਇਹਨਾਂ ਨੇ ਕਿ ਭਾਜਪਾ ਦੀ ਗੋਦੀ ਜਾ ਕੇ ਬਹਿ ਗਿਆ, ਹੁਣ ਥੋੜੀ ਪਵਿੱਤਰ ਹੋ ਗਏ ਹੈ। ਸੰਖੇਪ 'ਚ ਮੈਂ ਕਮੈਂਟ ਇਸ ਕਰਕੇ ਕਿਉਂਕਿ ਭਾਜਪਾ ਦੀ ਗੱਲ ਕੀਤੀ ਇਹਨਾਂ ਨੇ। ਦੇਖੋ ਇਸ ਤਰ੍ਹਾਂ ਹੈ ਕਿ ਬਾਲੀ ਸਾਹਿਬ ਚਲੋ ਸੋਈ ਸਾਹਿਬ, ਲੱਗਦਾ ਕਿ ਟੈਕਨੀਕਲ ਵਜ੍ਹਾ ਕਰਕੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਪੁਲਿਸ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ। ਪੁਲਿਸ ਸਾਹਿਬ, ਇੱਕ ਅਹਿਮ ਸਵਾਲ ਹੈ ਜਿਹੜਾ ਇਸੇ ਮੁੱਦੇ ਨਾਲ ਹੀ ਜੁੜਿਆ ਹੈ, ਉਹ ਮੈਂ ਜ਼ਰੂਰ ਲੈਣਾ ਚਾਹਾਂਗਾ ਬਹਿਸ ਨੂੰ ਸਮੇਟਣ ਤੋਂ ਪਹਿਲਾਂ। ਉਹ ਹੈ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਨੇ ਫੈਸਲਾ ਕਰ ਲਿਆ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਦਾ। ਜਿਸ ਤਰ੍ਹਾਂ ਦੀ ਗਰਮਾ ਗਰਮੀ ਪੰਜਾਬ 'ਚ ਚੱਲ ਰਹੀ ਹੈ, ਲੱਗਦਾ ਕਿ ਆ ਰਿਹਾ ਜਿਹੜਾ ਬਜਟ ਸੈਸ਼ਨ ਹੈ ਇਸੇ ਗਰਮਾ ਗਰਮੀ ਦੀ ਭੇਟ ਚੜ੍ਹ ਸਕਦਾ ਹੈ? ਬਿਲਕੁਲ ਸਿੱਧੂ ਸਾਹਿਬ, ਜਿਸ ਤਰੀਕੇ ਨਾਲ ਪਿਛਲੇ ਜਿਹੜੇ 3 ਮਹੀਨਿਆਂ ਦੇ ਵਿੱਚ ਸਰਕਾਰ ਦਾ ਫੇਲਿਅਰ ਰਿਹਾ ਹੈ ਜੀ, ਔਰ 90 ਦਿਨਾਂ ਦੇ ਵਿੱਚ 90 ਕਤਲ ਹੋਣੇ
ਔਰ ਨੌਜਵਾਨਾਂ ਦੇ ਕਤਲ ਹੋਣੇ ਸਪੈਸ਼ਲੀ, ਔਰ ਚੰਗੇ ਨੌਜਵਾਨ ਜਿਹੜੇ ਸੀਗੇ, ਚਾਹੇ ਖਿਡਾਰੀ ਨੇ ਚਾਹੇ ਗਾਇਕ ਸੀਗੇ, ਜਿਨ੍ਹਾਂ ਨੇ ਆਪਣੇ ਫੀਲਡ ਵਿੱਚ ਨਾਮ ਕਮਾਇਆ ਹੋਵੇ, ਉਹਨਾਂ ਦੇ ਕਤਲ ਹੋਣੇ। ਔਰ ਜਿਸ ਤਰੀਕੇ ਨਾਲ ਕਿਸਾਨਾਂ ਦੀਆਂ ਸੁਸਾਈਡ ਹੋ ਰਹੀਆਂ ਨੇ, ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਸਾਂਭਿਆ ਨਹੀਂ ਜਾ ਰਿਹਾ, ਚਾਹੇ ਪਟਿਆਲੇ ਵਾਲਾ ਮਾਮਲਾ ਹੋਇਆ ਹੋਵੇ, ਚਾਹੇ CBI ਦਾ ਜਿਹੜਾ ਹੈੱਡਕੁਆਟਰ ਹੈ ਉਹਦੇ ਉੱਤੇ ਗ੍ਰੇਨੇਡ ਸੁੱਟਣ ਦਾ ਮਾਮਲਾ ਹੋਇਆ ਹੋਵੇ। ਇਹ ਸਾਰੇ ਮਾਮਲੇ ਉੱਠਣਗੇ ਵਿਧਾਨ ਸਭਾ 'ਚ, ਬਜਟ 'ਚ ਬਿਲਕੁਲ ਵਿਧਾਨ ਸਭਾ 'ਚ ਉੱਠਣਗੇ ਜੀ, ਬਿਲਕੁਲ ਉੱਠਣਗੇ। ਔਰ ਇਹਨਾਂ ਕੋਲ ਸਵਾਲ ਕੀਤਾ ਜਾਏਗਾ ਕਿ 10,000 ਕਰੋੜ ਰੁਪਏ ਜਿਹੜਾ ਇਹਨਾਂ ਨੇ ਕਰਜ਼ਾ ਲਿਆ ਹੈ, ਪਹਿਲੀ ਵਾਰੀ ਹੋਇਆ ਹੈ ਇਤਿਹਾਸ ਵਿੱਚ ਪੰਜਾਬ ਦੇ ਕਿ ਕਿਸੇ ਸਰਕਾਰ ਨੇ ਪਹਿਲੇ 2 ਮਹੀਨਿਆਂ 'ਚ 10,000 ਕਰੋੜ ਦਾ ਕਰਜ਼ਾ ਲੈ ਲਿਆ ਹੋਵੇ। ਉਹ ਪੈਸਾ ਕਿੱਥੇ ਗਿਆ, ਕਿਹਦੀ ਜੇਬ 'ਚ ਗਿਆ, ਉਹ ਵੀ ਸਵਾਲ ਉੱਠੇਗਾ। ਜੀ ਭੁੱਲਰ ਸਾਹਿਬ, ਤੁਹਾਡੀ ਗੱਲ ਆ ਗਈ। ਆਪਾਂ ਬਾਲੀ ਸਾਹਿਬ ਤੋਂ ਜਵਾਬ ਲੈ ਲਈਏ, ਮੁੱਖ ਵਿਰੋਧੀ ਧਿਰ ਦੇ ਤੌਰ ਤੇ। ਬਾਲੀ ਸਾਹਿਬ, ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਹੈ, ਕਾਂਗਰਸ ਪਾਰਟੀ ਇਹਨਾਂ ਮੁੱਦਿਆਂ ਤੇ ਘੇਰੇਗੀ ਆਪ ਨੂੰ? ਨਹੀਂ, ਬਿਲਕੁਲ ਦੇਖੋ, ਜੋ ਉਹਨਾਂ ਦਾ ਫਰਜ਼ ਬਣਦਾ, ਜੋ ਕਾਂਗਰਸ ਪਾਰਟੀ ਦਾ ਫਰਜ਼ ਬਣਦਾ, ਜੋ ਆਪਾਂ ਆਪੋਜੀਸ਼ਨ ਦੇ ਵਿੱਚ ਬੈਠੇ ਹਾਂ, ਉਹ ਜ਼ਬਰਦਸਤ ਤਰੀਕੇ ਨਾਲ ਕੁਐਸਚਨ ਕਰਨਗੇ। ਜਿਹੜੇ ਸਾਡੇ ਆਪੋਜੀਸ਼ਨ ਲੀਡਰ ਨੇ, ਸਾਡੀ ਜਿਹੜੀ ਪਾਰਟੀ ਹੈ, ਉਹ ਜ਼ਬਰਦਸਤ ਤਰੀਕੇ ਨਾਲ ਗੱਲ ਕਰੇਗੀ ਔਰ ਉਹ ਘੇਰੇਗੀ ਇਹਨਾਂ ਗੱਲਾਂ ਦੇ ਉੱਤੇ। ਜਿੱਦਾਂ ਅਕਾਲੀ ਦਲ ਦੇ ਨੁਮਾਇੰਦੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਭੁੱਲਰ ਜੀ ਨੇ ਵੀ 10,000 ਕਰੋੜ ਰੁਪਏ ਦਾ ਲਿਆ, ਤੇ ਕੁਐਸਚਨ ਤਾਂ ਪੁੱਛਾਂਗੇ ਨਾ ਜੀ, ਕਿੱਥੇ ਗਿਆ ਪੈਸਾ, ਕੀ ਹੋਇਆ। ਜਿਹੜੇ ਤੁਸੀਂ ਹੋਰ ਵੀ ਵਾਅਦੇ ਕੀਤੇ ਨੇ, ਜਿਹੜੇ ਉਹ ਪੈਨਸ਼ਨਾਂ ਦੇ ਵਾਅਦੇ ਹੈਗੇ ਨੇ, ਉਹ ਵੀ ਤੁਸੀਂ ਕਿਹਾ ਸੀ ਆਂਦੇ ਹੀ ਹਰੇ ਪੈਨ ਨਾਲ ਕਰ ਦਾਂਗੇ, ਉਹ ਨਹੀਂ ਹੋਏ, ਉਹ ਵੀ ਤਾਂ ਅਸੀਂ ਪੁੱਛਾਂਗੇ ਨਾ ਜੀ। ਹਰ ਚੀਜ਼ ਪੁੱਛਾਂਗੇ ਜਿਹੜੀ ਚੀਜ਼ ਪੁੱਛਣ ਵਾਲੀ ਹੈਗੀ ਹੈ। ਜੋ ਅਜੇ 3 ਮਹੀਨੇ, ਮਗਰ ਇਨੀਸ਼ੀਅਲ ਸਟੇਜ ਹੈ 3 ਮਹੀਨੇ, ਅਸੀਂ ਸਿਰਫ ਇੰਨੀ ਗੱਲ ਕਹਾਂਗੇ। ਸ਼ਾਇਦ 3 ਮਹੀਨੇ ਤੋਂ ਬਾਅਦ ਹੈਵੀ ਕੁਐਸਚਨ ਹੋ ਜਾਣਗੇ ਕਿ ਕੀ ਸਰਕਾਰ ਨੇ ਅੱਜ 6 ਮਹੀਨੇ 'ਚ ਕੀ ਕੀਤਾ। ਹੁਣ ਜਿੰਨੇ ਕੁ ਕੁਐਸਚਨ ਹੋਣਗੇ ਉਹ ਕੀਤੇ ਜਾਣਗੇ, ਮਗਰ ਅਸੀਂ ਇਹ ਕਹਿ ਸਕਦੇ ਹਾਂ ਕਿ ਬੜੀ ਨੀਅਰ ਸਰਕਾਰ। ਬਾਲੀ ਸਾਹਿਬ, ਬਿਲਕੁਲ ਇੱਕ ਸਵਾਲ ਮੈਂ ਟੋਕ ਕੇ ਤੁਹਾਨੂੰ ਵੀ ਲੈਣਾ ਚਾਹਾਂਗਾ, ਸਮਾਂ ਵੀ ਨਹੀਂ ਹੈ। ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਛੱਡ ਕੇ ਕੋਈ ਸਾਬਕਾ ਜਿਹੜੇ ਵਿਧਾਇਕ ਕਹਿ ਲਓ ਜਾਂ ਮੰਤਰੀ ਕਹਿ ਲਓ ਭਾਜਪਾ ਚਲੇ ਗਏ ਹੈ, ਕੁਝ ਹੋਰ ਅਫਵਾਹਾਂ ਕੇ ਛੱਡ ਕੇ ਜਾ ਰਿਹਾ ਹੈ, ਇਹੋ ਜੀ ਸਥਿਤੀ ਦੇ ਅੰਦਰ ਕੀ ਕਾਂਗਰਸ ਜਿਹੜੀ ਹੈਗੀ ਹੈ ਸਦਨ ਦੇ ਅੰਦਰ ਲੋਕਾਂ ਦੀ ਨੁਮਾਇੰਦਗੀ ਮਜ਼ਬੂਤੀ ਨਾਲ ਕਰ ਪਾਏਗੀ? ਬਾਲੀ ਸਾਹਿਬ, ਮੈਨੂੰ ਇਹ ਲੱਗਦਾ ਕਿ ਜਿੰਨੇ ਕੁ MLA ਹੈਗੇ ਨੇ, ਜਿੰਨੇ ਕੁ ਲੋਕਾਂ ਨੇ ਇਹਨਾਂ ਨੂੰ ਜਾਂ ਸਾਨੂੰ ਜਿੰਨਾ ਕੁ ਉਹਨਾਂ ਨੇ ਮੈਂਡੇਟ ਦਿੱਤਾ ਹੈਗਾ ਵੇ, ਉਸ ਮੈਂਡੇਟ ਦੇ ਹਿਸਾਬ ਦੇ ਨਾਲ ਉਹ ਗੱਲ ਕਰਨਗੇ। ਜਾਂ ਆਪੋਜੀਸ਼ਨ ਲੀਡਰ ਨੇ ਕੋਈ MLA ਤੇ ਛੱਡ ਕੇ ਨਹੀਂ ਗਿਆ ਅੱਜ ਦੇ, ਅਸੀਂ ਇਹ ਤਾਂ ਐਕਸ MLA ਨੇ, ਅਸੀਂ ਇਹ ਕਹਿ ਸਕਦੇ ਹਾਂ, ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਲੋਕਾਂ ਨੇ ਨਹੀਂ ਬਣਾਇਆ ਉਹਨਾਂ ਨੂੰ MLA, ਉਹ ਗਏ ਨਹੀਂ ਛੱਡ ਕੇ। ਮੌਜੂਦਾ MLA ਕੋਈ ਨਹੀਂ ਗਿਆ, 18 ਦੇ 18 ਕਾਇਮ ਨੇ, ਆਪੋਜੀਸ਼ਨ ਲੀਡਰ ਕਾਇਮ ਨੇ, ਪਾਰਟੀ ਕਾਇਮ ਹੈ ਉੱਥੇ ਖੜੀ। ਜੇ ਕੋਈ ਜਾਣਾ ਚਾਹੁੰਦਾ ਤੇ ਜਾਵੇ, ਉਹਦੇ ਨਾਲ ਕੀ ਇਤਰਾਜ਼ ਹੈ। ਮਗਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ, ਮੈਂ ਸੋਈ ਸਾਹਿਬ ਨੂੰ ਬੇਨਤੀ ਕਰਾਂਗਾ, ਮੇਰੇ ਛੋਟੇ ਵੀਰ ਨੇ, ਕਿ ਕੀ ਹੁਣ ਆਪਾਂ ਪਾਕ ਸਾਫ ਹੋ ਗਏ ਇਹਨਾਂ ਨੂੰ ਲੈ ਕੇ? ਆਪਾਂ ਕੱਲ ਤਾਂ ਇਹਨਾਂ ਦੇ ਐਲੀਗੇਸ਼ਨ ਲਾਉਂਦੇ ਸੀ, ਮਾਨਯੋਗ ਅਸੀਂ ਇਹ ਕਹਿੰਦੇ ਸੀ, ਤੁਸੀਂ ਸੋਈ ਸਾਹਿਬ ਮੈਨੂੰ ਨਹੀਂ ਪਤਾ, ਸ਼ਾਇਦ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ, ਨਹੀਂ, ਕੱਲ ਆਪਾਂ ਅਮਰਿੰਦਰ ਸਿੰਘ ਸਾਹਿਬ ਨੂੰ ਬਹੁਤ ਮਾੜਾ ਕਹਿੰਦੇ ਸੀ, ਅੱਜ ਸਾਫ਼ ਹੋ ਗਏ। ਜੇ ਅੱਜ ਆਪਾਂ 4 ਮੰਤਰੀ ਲੈ ਲਏ ਤੇ ਕਿਆ ਇਹ ਸਾਫ਼ ਹੋ ਗਏ? ਜਾਂ ਆਉਣ ਵਾਲੇ ਟਾਈਮ 'ਚ ਤੁਸੀਂ ਹੋਰ ਵੀ ਲੈ ਰਹੇ ਹੋ ਕਾਂਗਰਸ ਦੇ, ਕਿਆ ਉਹ ਸਾਰੇ ਸਾਫ਼ ਹੋ ਜਾਣਗੇ ਜਾਂ ਸਾਰੇ ਉਹ ਬੜੇ ਵਧੀਆ ਹੋ ਜਾਣਗੇ ਔਰ ਉਹਨਾਂ ਦੀ ਨੁਮਾਇੰਦਗੀ ਤੁਸੀਂ ਕਰੋਗੇ, ਤੁਸੀਂ ਉਹਨਾਂ ਨੂੰ ਡਿਫੈਂਡ ਕਰੋਗੇ ਆ ਕੇ ਇੱਥੇ? ਇਹਦਾ ਆਪਾਂ ਨੂੰ ਥੋੜੀ ਅਚੰਭਾ ਹੋਏਗਾ ਇਸ ਗੱਲ ਦਾ, ਬਸ ਹੋਰ ਕੋਈ ਗੱਲ ਨਹੀਂ ਹੈਗੀ ਜੀ। ਸੋਈ ਸਾਹਿਬ, ਸੋਈ ਸਾਹਿਬ ਦੀ ਆਵਾਜ਼ ਮੈਨੂੰ ਲੱਗਦਾ ਸਾਡੇ ਨਾਲ ਸੰਪਰਕ ਨਹੀਂ ਬਣ ਰਿਹਾ। ਇਸੇ ਮੁੱਦੇ ਤੇ ਚੰਦ ਸਾਹਿਬ, ਮੈਂ ਤੁਹਾਡੇ ਕੋਲ ਸਵਾਲ ਲੈਣਾ ਚਾਹਾਂਗਾ। ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਜਿੱਦਾਂ ਭੁੱਲਰ ਸਾਹਿਬ ਨੇ ਕਿਹਾ, ਬਾਲੀ ਸਾਹਿਬ ਨੇ ਕਿਹਾ ਕਿ ਇਹਨਾਂ ਮੁੱਦਿਆਂ ਤੇ ਅਸੀਂ ਘੇਰਾਂਗੇ ਸਰਕਾਰ ਨੂੰ ਸਦਨ ਦੇ ਅੰਦਰ। ਦੇਖੋ, ਮਾਨ ਸਾਹਿਬ, ਮਾਨ ਸਰਕਾਰ ਕੱਲੇ ਕੁਐਸਚਨ ਦਾ ਜਵਾਬ ਦੇਗੀ। ਇਹਨਾਂ ਦਾ ਦੇਖੋ, ਵਿਰੋਧੀ ਧਿਰ ਦਾ ਹੱਕ ਹੈ, ਅਧਿਕਾਰ ਹੈ ਕੁਐਸਚਨ ਕਰਨਾ ਵੀ ਆਹ ਕੁਝ ਪੰਜਾਬ 'ਚ ਹੋ ਰਿਹਾ, ਆਹ ਕੁਝ ਤੁਸੀਂ ਕਿੱਥੇ ਕੀ ਕੀਤਾ ਸਾਨੂੰ ਦਿਖਾਓ। ਮਾਨ ਸਾਹਿਬ, ਇੰਨਾ ਜ਼ਰੂਰ ਮੈਂ ਵਾਅਦਾ ਕਰਦਾ ਕਿ ਦਿਨ 15 ਰਹਿੰਦੇ ਨੇ 20, ਮਾਨ ਸਰਕਾਰ ਕਦੇ ਵੀ ਦੂਸਰੀਆਂ ਪਾਰਟੀਆਂ ਵਾਂਗੂ ਨਹੀਂ ਭੱਜੇਗੀ ਕਿ ਗੋਲ ਕਰਕੇ ਗੱਲ ਨੂੰ ਜਵਾਬ ਦੇ ਦੇਣਾ ਔਰ ਦੱਸ ਕੇ ਨਹੀਂ ਜਾਣਾ। ਵਿਧਾਨ ਸਭਾ 'ਚ ਕੱਲੀ ਚੀਜ਼ ਦਾ ਜਵਾਬ ਦਿੱਤਾ ਜਾਏਗਾ। ਜੋ ਕੁਝ ਮਾਨ ਸਰਕਾਰ ਨੇ 3 ਮਹੀਨਿਆਂ 'ਚ ਕੀਤਾ, ਚਾਹੇ ਉਹ ਸਰਕਾਰੀ ਸੰਪਤੀਆਂ ਨੂੰ ਸਰਕਾਰ ਦੇ ਬੈਨਰ ਥੱਲੇ ਲਿਆਉਣਾ ਹੋਵੇ, ਚਾਹੇ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹੋਣ, ਚਾਹੇ ਕਰਪਸ਼ਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਕਾਰਵਾਈ ਕੀਤੀ ਹੋਵੇ, ਮੈਨੂੰ ਇਹ ਸਾਰੇ ਮੇਰੇ ਵਿਰੋਧੀ ਵੀਰ ਇਹ ਦੱਸ ਦੇਣ ਕਿ 3 ਮਹੀਨਿਆਂ 'ਚ ਕੀ ਇਹਨਾਂ ਨੇ ਆਪਣੀਆਂ ਸਰਕਾਰਾਂ ਸਮੇਂ ਇੰਨਾ ਕੁਝ ਕੀਤਾ ਸੀ? ਜੇਕਰ ਤੁਸੀਂ ਨਹੀਂ ਦੇਖ ਰਹੇ ਤਾਂ ਪੰਜਾਬ ਦੇ ਲੋਕ ਜ਼ਰੂਰ ਦੇਖ ਰਹੇ ਨੇ। ਚੰਦ ਸਾਹਿਬ, ਥੈਂਕ ਯੂ ਵੈਰੀ ਮਚ। ਆਪਾਂ ਨੂੰ ਸਮਾਂ ਯਾਦ ਨਹੀਂ ਦੇ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ ਡਿਬੇਟ ਦੇ ਅੰਦਰ, ਮੁੱਦਾ ਬਹੁਤ ਵੱਡਾ ਸੀ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਇਸੇ ਤਰੀਕੇ ਨਾਲ ਗਿਲਜ਼ੀਆਂ ਜਾਂ ਉਹਨਾਂ ਦੇ ਸਹਾਇਕ ਜੰਗਲ ਦੇ ਮਹਿਕਮੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਹੋਇਆ ਹੈ, ਮੰਤਰੀਆਂ ਦੇ ਖਿਲਾਫ ਹੋ ਰਹੀ ਹੈ ਕਾਰਵਾਈ, ਬਿਲਕੁਲ ਸਹੀ। ਜਿਸ ਤਰੀਕੇ ਨਾਲ ਮਾਨ ਸਰਕਾਰ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ਤੇ ਸਹਿਣ ਨਹੀਂ ਕੀਤਾ ਜਾਏਗਾ, ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਵਿਰੋਧੀ ਧਿਰ ਕਹਿ ਰਹੀ ਹੈ ਕਿ ਬਦਲੇ ਦੀ ਕਾਰਵਾਈ ਹੈ ਜਾਂ ਤੱਥਾਂ ਤੇ ਆਧਾਰਿਤ ਕਾਰਵਾਈ ਹੋਈ ਹੈ। ਦੇਖੇਗਾ ਪੰਜਾਬ ਇਸ ਮੁੱਦੇ ਤੇ।
ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ। ਤਾਂ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ।